ਡੰਡੋਤ ਬੰਦਨ ਅਨਕ ਵਾਰ, ਸਰਬ ਕਲਾ ਸਮਰੱਥ। ਡੋਲਣ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਕਿਰਪਾ ਕਰੋ ਦੀਨ ਕੈ ਦਾਤੇ, ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ। ਮਾਟੀ ਕਾ ਕਿਆ ਧੋਪੈ ਸੁਆਮੀ, ਮਾਨਸ ਕੀ ਗਤ ਇਹੀ। ਕਿਰਪਾ ਕਰੋ ਦੀਨ ਕੈ ਦਾਤੇ, ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ। ਮਾਟੀ ਕਾ ਕਿਆ ਧੋਪੈ ਸੁਆਮੀ, ਮਾਨਸ ਕੀ ਗਤ ਇਹੀ। ਗੁਰੂ ਰੂਪ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਆਪਾਂ ਸਾਰੇ ਜਾਣੇ ਬਹੁਤ ਵੱਡੇ ਭਾਗਾਂ ਵਾਲੇ ਹਾਂ ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਨਿੱਘੀ ਗੋਦ ਦਾ ਆਨੰਦ ਮਾਣਦੇ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਡੇ ਉੱਤੇ ਕਿਰਪਾ ਕੀਤੀ, ਸਤ ਸੰਗਤ ਵਿੱਚ ਆਉਣ ਦਾ ਸ਼ਮਾ ਬਖਸ਼ਿਸ਼ ਕੀਤਾ ਹੈ ਤੇ ਵੱਡੇ ਭਾਗ ਹੁੰਦੇ ਨੇ। ਹੁਣ ਮਹਾਰਾਜ ਸੱਚੇ ਪਾਤਸ਼ਾਹ ਜੀ ਗੁਰਬਾਣੀ ਗੁਰੂ ਵਿੱਚ ਸਾਨੂੰ ਸਮਝਾਉਂਦੇ, ਮਹਾਰਾਜ ਸਮਝਾਉਂਦੇ, ਕਹਿੰਦੇ ਮਨ ਬਸ ਆਵੇ ਨਾਨਕਾ, ਜੇ ਪੂਰਨ ਕਿਰਪਾ ਹੋਏ। ਹੁਣ ਜਿਹੜਾ ਸਾਡਾ ਮਨ ਹੈ ਤੇ ਜਿਹੜਾ ਸਾਡਾ ਤਨ ਹੈ, ਇਹ ਅਲੱਗ-ਅਲੱਗ ਹੈ। ਇੱਕ ਮਨ ਹੈ ਆਪਣਾ ਜੋ ਪਰਮਾਤਮਾ ਤੋਂ ਪ੍ਰਗਟ ਹੋਇਆ ਹੈ, ਅਕਾਲ ਪੁਰਖ ਦਾ ਬੱਚਾ ਹੈ, ਸੰਸਾਰ ਵਿੱਚ ਆਇਆ ਹੈ, ਮਾਲਕ ਦੇ ਨਾਲ ਮਿਲਾਪ ਕਰਨ ਵਾਸਤੇ ਭੁੱਲਿਆ ਭਟਕਿਆ ਹੈ। ਕਈ ਜਨਮਾਂ ਤੋਂ ਇਹਦੀ ਦੌੜ ਲੱਗੀ ਹੋਈ ਹੈ। ਇੱਕ ਹੈ ਸਾਡਾ ਤਨ, ਜਿਹੜਾ ਤਨ ਸਾਡਾ ਹੈ ਇਹ ਮਿਥਿਆ ਹੋਇਆ ਹੈ, ਇਹ ਨਾਸਵਾਨ ਹੈ। ਹੁਣ ਜਿਹੜਾ ਤਨ ਹੈ ਇਹ ਉਨਾ ਚਿਰ ਹੀ ਹੈ ਜਿੰਨਾ ਚਿਰ ਸਾਡਾ ਮਨ ਇਸ ਸਰੀਰ ਦੇ ਵਿੱਚ ਪ੍ਰਵੇਸ਼ ਕਰਦਾ ਹੈ, ਆਉਂਦਾ ਹੈ, ਜਾਂਦਾ ਹੈ, ਜਿੰਨਾ ਚਿਰ ਸਵਾਸ ਹੈ। ਮਹਾਰਾਜ ਸਮਝਾਉਂਦੇ, ਕਹਿੰਦੇ ਜਬ ਲਗ ਜੋਬਨ ਸਵਾਸ ਹੈ, ਤਬ ਲਗ ਇਹ ਤਨ ਦੇ। ਹੁਣ ਜਿਹੜਾ ਇਹ ਤਨ ਹੈ ਇਹ ਮਿਥਿਆ ਹੋਇਆ ਸਰੀਰ ਦੇ ਨਾਲ। ਹੁਣ ਜਿੱਧਰ ਨੂੰ ਵੀ ਮਨ ਇਹਨੂੰ ਲਈ ਫਿਰਦਾ, ਇਹ ਮਨ ਦਾ ਗੁਲਾਮ ਹੈ। ਮਨ ਰਾਜਾ ਹੈ, ਜਿਹੜਾ ਤਨ ਹੈ ਇਹ ਉਹਦੇ ਥੱਲੇ ਚੱਲਦਾ ਹੈ, ਮਨ ਦੇ ਥੱਲੇ। ਜਿਸ ਤਰ੍ਹਾਂ ਆਪਾਂ ਹੁਣ ਸੋਚਿਆ ਗੁਰੂ ਘਰ ਜਾਣਾ, ਤੁਰ ਪਏ ਉੱਠ ਕੇ। ਇਸੇ ਤਰ੍ਹਾਂ ਜਿਹੜਾ ਮਨ ਹੈ ਪੁਰਾਤਨ ਸਮਿਆਂ ਤੋਂ ਇਹ ਵਿਛੜਿਆ ਹੋਇਆ, ਨਾ ਮਾਲਕ ਤੱਕ ਪਹੁੰਚ ਸਕਿਆ। ਹੁਣ ਇਹਨੂੰ ਸਮਾਂ ਮਿਲਿਆ ਮਾਲਕ ਦੇ ਮਿਲਾਪ ਦਾ, ਪਰ ਇਹ ਬਸ ਵਿੱਚ ਨਹੀਂ ਆ ਰਿਹਾ। ਜਿਸ ਤਰ੍ਹਾਂ ਇੱਕ ਘੋੜੇ ਦੀਆਂ ਲਗਾਮਾਂ ਤੁਸੀਂ ਲਾ ਦਿਓ, ਉਹਨੂੰ ਖੁੱਲ੍ਹਾ ਛੱਡ ਦਿਓ, ਉਹਨੂੰ ਫੜਨਾ ਬੜਾ ਔਖਾ ਹੋ ਜਾਂਦਾ ਹੈ। ਇਸੇ ਤਰੀਕੇ ਜਿਹੜਾ ਸਾਡਾ ਮਨ ਹੈ, ਤੇ ਮਹਾਰਾਜ ਸਮਝਾਉਂਦੇ, ਕਹਿੰਦੇ ਵੀ ਇਹਨੂੰ ਬਸ ਵਿੱਚ ਕਰਨ ਵਾਸਤੇ ਤੁਸੀਂ ਬੜੀ ਪੂਰੀ ਕਿਰਪਾ ਹੋਣੀ ਚਾਹੀਦੀ ਹੈ। ਮਹਾਰਾਜ ਸਮਝਾਉਂਦੇ, ਮਨ ਬਸ ਆਵੇ ਨਾਨਕਾ, ਜੇ ਪੂਰਨ ਕਿਰਪਾ ਹੋਏ। ਹੁਣ ਇਹ ਜਿਹੜਾ ਮਨ ਹੈ
ਇਹ ਐਸਾ ਬਾਹਰ ਮੁਖੀ ਰਹਿਣ ਦਾ ਆਦੀ ਹੋ ਚੁੱਕਿਆ, ਕਿਉਂਕਿ ਜੋ ਇਹਦੀ ਘਰ ਦੇ ਵਿੱਚ ਇਹਦੀ ਖੁਰਾਕ ਹੈ ਇਸ ਸਰੀਰ ਦੇ ਅੰਦਰ, ਉਹ ਖੁਰਾਕ ਮਿਹਨਤ ਦੇ ਨਾਲ ਮਿਲਣੀ ਹੈ। ਮਿਹਨਤ ਇਹ ਕਰਕੇ ਰਾਜੀ ਨਹੀਂ। ਬਾਣੀ ਵੀ ਪੜ੍ਹਦਾ ਹੈ, ਗੁਰੂ ਘਰ ਵੀ ਆਉਂਦਾ ਹੈ, ਨਿਤਨੇਮ ਵੀ ਕਰਦਾ ਹੈ, ਬੜੀ ਮਾਲਕ ਦੀ ਕਿਰਪਾ ਹੈ, ਪਰ ਟਿਕਾਊ ਨਹੀਂ। ਕਿਉਂਕਿ ਜਿੰਨਾ ਚਿਰ ਜੋ ਮਨ ਦਾ ਮੂਲ ਸੀ, ਜੋ ਮਨ ਦਾ ਸੱਚ ਸੀ, ਜਿੱਥੇ ਜਾ ਕੇ ਇਹਨੂੰ ਟਿਕਾਊ ਮਿਲਣਾ ਸੀ, ਉੱਥੇ ਇਹ ਪਹੁੰਚ ਹੀ ਨਹੀਂ ਕੀਤੀ ਇਹਨੇ। ਬਾਣੀ ਪੜ੍ਹਦਾ ਹੈ, ਧਿਆਨ ਕਿਸੇ ਹੋਰ ਪਾਸੇ ਚਲੇ ਜਾਂਦਾ, ਹੱਥ ਵਿੱਚ ਗੁਟਕਾ ਸਾਹਿਬ ਹੁੰਦਾ ਹੈ, ਬਸ ਖੱਲੀ ਉਹ ਬਾਣੀ ਜਿਹੜੀ ਹੈ ਉਹ ਜਿੱਥੇ ਜਿਹਨੇ ਸੁਣਨੀ ਹੈ। ਹੁਣ ਬਾਣੀ ਸੁਣਨੀ ਸੀ ਮਨ ਨੇ, ਤੇ ਮਨ ਜਿਹੜਾ ਹੈ ਉਹ ਹੋਰ ਪਾਸੇ ਦੌੜਾ ਫਿਰਦਾ, ਤੇ ਜਿਹੜੀ ਆਪਾਂ ਬਾਣੀ ਪੜ੍ਹਦੇ ਹਾਂ ਉਹ ਇੱਦਾਂ ਹੀ ਫਿਰ ਹਵਾ ਵਿੱਚ ਜਾ ਰਹੀ ਹੈ। ਕਿਉਂਕਿ ਜਿਹਨੂੰ ਆਪਾਂ ਸੁਣਾਉਣੀ ਸੀ ਉਹ ਮੌਜੂਦ ਨਹੀਂ। ਹੋ ਸਕਦਾ ਆਪਾਂ ਗੁਰੂ ਘਰ ਆਏ ਹਾਂ, ਗੁਰੂ ਘਰ ਬੈਠੇ ਹਾਂ, ਪਰ ਮਨ ਸਾਡਾ ਇੱਥੇ ਨਹੀਂ ਹੈਗਾ, ਤੇ ਜਿੰਨਾ ਚਿਰ ਮਰਜ਼ੀ ਬਹਿ ਜਾਈਏ। ਕਿਉਂਕਿ ਮਹਾਰਾਜ ਸਮਝਾਉਂਦੇ ਇਹ ਮਨ ਚੰਚਲਾ, ਇਹਨੂੰ ਇੰਨੀ ਕੁ ਵਿਚਾਰਾਂ ਦੀ, ਸੈਂਸਿਆਂ ਦੀ, ਫਿਕਰਾਂ ਦੀ ਮੈਲ ਲੱਗੀ ਹੋਈ ਹੈ, ਇਹਨੂੰ ਟਿਕਾਊ ਨਹੀਂ ਮਿਲਦਾ, ਇਹ ਟਿਕਦਾ ਨਹੀਂ। ਹੁਣ ਜਿੰਨਾ ਚਿਰ ਇਹਦਾ ਜੋ ਮੂਲ ਹੈ, ਜੋ ਸੱਚ ਹੈ, ਜੋ ਸਾਧੂ ਸੰਤਾਂ ਦੀ ਸ਼ਰਨ ਵਿੱਚ ਜਾ ਕੇ ਇਹਨੂੰ ਪਤਾ ਲੱਗਣਾ ਸੀ, ਉੱਥੇ ਇਹਨੇ ਸਾਧੂ ਸੰਤਾਂ ਦਾ ਸੰਗ ਨਹੀਂ ਕੀਤਾ। ਬਾਹਰੋਂ ਸਾਡਾ ਜਿਸ ਤਰ੍ਹਾਂ ਦਾ ਮਰਜ਼ੀ ਭੇਖ ਹੈ, ਉਹ ਗੁਰੂ ਨੂੰ ਪ੍ਰਵਾਨ ਨਹੀਂ ਹੁੰਦਾ, ਜਿੰਨਾ ਚਿਰ ਸਾਡੇ ਮਨ ਦਾ ਜਿਹੜਾ ਕਰਮ ਹੈ, ਸਾਡਾ ਮਨ ਹੈ, ਪਰਮਾਤਮਾ ਉਹ ਦੇਖਦਾ ਹੈ। ਹੁਣ ਸੰਸਾਰ ਦੇ ਵਿੱਚ ਵਿਚਰਦਿਆਂ ਹੋਇਆਂ, ਸੰਸਾਰ ਦੇ ਵਿੱਚ ਲੋਕੀ ਸਾਡਾ ਕੱਪੜਾ ਦੇਖ ਲੈਂਦੇ ਨੇ, ਸਾਡੀ ਰਹਿਣੀ ਸਹਿਣੀ ਦੇਖ ਲੈਂਦੇ ਨੇ, ਸਾਡੀ ਜ਼ੁਬਾਨ ਦੇਖ ਲੈਂਦੇ ਨੇ, ਸਾਡੀ ਬੋਲਬਾਣੀ ਦੇਖ ਲੈਂਦੇ ਨੇ, ਤੇ ਜਿਸ ਤਰ੍ਹਾਂ ਹੀ ਸੰਸਾਰ ਦੇ ਵਿੱਚ ਵਿਚਰਦੇ ਹਾਂ ਉਹ ਚੀਜ਼ਾਂ ਦੇਖ ਲੈਂਦੇ ਨੇ। ਪਰ ਜੋ ਅਕਾਲ ਪੁਰਖ ਵਾਹਿਗੁਰੂ ਹੈ, ਉਹ ਸਾਡਾ ਮਨ ਦੇਖਦਾ ਹੈ। ਹੁਣ ਜਿਹੜਾ ਸਾਡਾ ਮਨ ਹੈ, ਇਹ ਨਿਆਉ ਨਹੀਂ ਕਰਦਾ, ਨਾ ਇਹ ਸੱਚ ਬੋਲਦਾ ਹੈ, ਨਾ ਇਹ ਮਾਇਆ ਛੱਡਦਾ ਹੈ। ਜਿਸ ਤਰ੍ਹਾਂ ਪੁਰਾਤਨ ਸਮਿਆਂ ਦੇ ਵਿੱਚ ਬਾਂਦਰ ਨੂੰ ਫੜਦੇ ਹੁੰਦੇ ਸੀ ਲੋਕੀ, ਹੁਣ ਵੀ ਇਹ ਪੁਰਾਤਨ ਮਰਿਆਦਾ ਹੈ ਕਿ ਜਦੋਂ ਬਾਂਦਰ ਨੂੰ ਫੜਦੇ, ਉਹ ਕੀ ਕਰਦੇ, ਇੱਕ ਕੁੱਜਾ ਦੱਬ ਦਿੰਦੇ ਜ਼ਮੀਨ ਦੇ ਵਿੱਚ, ਉਹਦੇ ਵਿੱਚ ਖਿੱਲਾਂ ਸਿੱਟ ਦਿੰਦੇ, ਥੋੜ੍ਹੀ ਜਿਹੀਆਂ ਉੱਪਰ ਖਿਲਾਰ ਦਿੰਦੇ। ਉਹ ਬਾਂਦਰ ਆਉਂਦਾ, ਉਹ ਆ ਕੇ ਵਿੱਚ ਹੱਥ ਪਾਉਂਦਾ, ਜਦੋਂ ਮੁੱਠ ਭਰਦਾ ਵਿੱਚ ਤੇ ਉਹ ਬਾਹਰ ਨਿਕਲਦੀ ਨਹੀਂ, ਤੇ ਜ਼ਿਆਦਾ ਤੂੰ ਖਿੱਲਾਂ ਛੱਡ ਦੇ, ਉਹ ਮੁੱਠ ਬਾਹਰ ਨਿਕਲਦੀ ਨਹੀਂ, ਤੇ ਹੱਥ ਵਿੱਚ ਫਸ ਜਾਂਦਾ ਕੁੱਜੇ ਦੇ, ਤੇ ਇੰਨੇ ਨੂੰ ਮਦਾਰੀ ਆਉਂਦਾ, ਉਹ ਉੱਪਰੋਂ ਆ ਕੇ ਉਹਨੂੰ ਫੜ ਲੈਂਦਾ। ਇਹੀ ਸਾਡੇ ਮਨ ਦੀ ਹਾਲਤ ਹੋ ਗਈ ਹੈ। ਮਨ ਨਾ ਮਾਇਆ ਛੱਡਦਾ ਹੈ, ਨਾ ਸੰਸਾਰ ਦੀ ਪ੍ਰੀਤ ਛੱਡਦਾ ਹੈ, ਤੇ ਰੌਲਾ ਪਾਈ ਜਾਂਦਾ, ਬੋਲੀ ਜਾਂਦਾ, ਪਰ ਜਿਹੜੀ ਪ੍ਰੀਤ ਹੈ ਮਾਲਕ ਦੇ ਨਾਲ ਉਹ ਨਹੀਂ ਛੱਡਦਾ। ਜਿਹੜਾ ਧਾਤ ਦਾ ਮਾਰਗ ਹੈ ਉਹ ਛੱਡਦਾ ਨਹੀਂ। ਜਿੰਨਾ ਚਿਰ ਇਹ ਆਪਣੀ ਸਿਆਣਪਾ, ਆਪਣੀ ਅਕਲ ਬੁੱਧੀ ਇਹ ਛੱਡਦਾ ਨਹੀਂ, ਗੁਰੂ ਦੀ ਮੱਤ ਲੈਂਦਾ ਨਹੀਂ, ਉਹਨਾਂ ਚਿਰ ਇਹ ਮਨ ਗੁਰੂ ਨੂੰ ਪ੍ਰਵਾਨ ਨਹੀਂ ਹੁੰਦਾ। ਕਿਉਂਕਿ ਜੋ ਸਾਡਾ ਅੰਦਰ ਹੈ, ਮਹਾਰਾਜ ਨੇ ਸਮਝਾਤਾ, ਇਸ ਦੇਹੀ ਦੇ ਅੰਦਰ ਪਰਮਾਤਮਾ ਖੁਦ ਵਿਰਾਜਮਾਨ ਹੈ। ਮਹਾਰਾਜ ਸਮਝਾਉਂਦੇ, ਹਰ ਮੇ ਤਨ ਹੈ, ਤਨ ਮੇ ਹਰ ਹੈ। ਹੁਣ ਤਨ ਕਿਹਾ ਗਿਆ ਸਰੀਰ ਨੂੰ, ਇਹਦੇ ਅੰਦਰ ਮਾਲਕ ਬੈਠਾ ਹੋਇਆ ਹੈ, ਤੇ ਜਿਹੜਾ ਆਪਾਂ ਖਾਲੀ ਖਲਾਸ ਵੇਸ਼ ਦੇ ਵਿੱਚ ਤੁਰੇ ਫਿਰਦੇ ਸਾਰੇ, ਇਹ ਪਰਮਾਤਮਾ ਦੇ ਵਿੱਚ ਹੀ ਆ ਆਪਾਂ, ਕਿਉਂਕਿ ਆਪਾਂ ਨੂੰ ਪਰਮਾਤਮਾ ਦੀਦਾ ਨਹੀਂ, ਸਾਹਮਣੇ ਮਾਇਆ ਦੀਦੀ ਹੈ। ਹੁਣ ਜਿਹੜਾ ਮਨ ਹੈ, ਇਹਨੂੰ ਬਸ 'ਚ ਕਰਨ ਵਾਸਤੇ ਤੁਸੀਂ ਜਿੰਨੇ ਮਰਜ਼ੀ ਦਰਿਆਵੀ ਤੌਰ 'ਤੇ ਲੰਗਰ ਲਾ ਦਿਓ,
ਜੋ ਮਰਜ਼ੀ ਤੁਸੀਂ ਹੱਥਾਂ ਪੈਰਾਂ ਨਾਲ ਸੇਵਾ ਕਰੀ ਚਲੋ, ਇਹ ਵੱਸ 'ਚ ਨਹੀਂ ਆ ਸਕਦਾ। ਉਹ ਤਾਂ ਇੱਕ ਉਪਰਾਲਾ ਹੈ ਪਰਮਾਤਮਾ ਦੇ ਮਾਰਗ 'ਤੇ ਚੱਲਣ ਦਾ, ਪਰ ਇਹਨੂੰ ਵੱਸ 'ਚ ਕਰਨ ਵਾਸਤੇ ਇਹਨੂੰ ਨੱਥ ਪਾਉਣੀ ਪੈਣੀ ਆ। ਜਿਸ ਤਰ੍ਹਾਂ ਦਰਿਆਵੀ ਕੋਈ ਸਾਨ ਭੂਤ ਰਿਹਾ ਹੋਵੇ, ਉਹਨੂੰ ਆਪਾਂ ਜਦੋਂ ਉਹਦੇ ਨੱਥ ਪਾਉਂਦੇ ਆ, ਨੱਥ ਦੇ ਨਾਲ ਉਹ ਕਾਬੂ ਆ ਜਾਂਦਾ। ਫਿਰ ਇਸੇ ਤਰ੍ਹਾਂ ਇਹ ਇੱਕ ਮਿੰਟ ਦੇ ਵਿੱਚ ਪੂਰੀ ਦੁਨੀਆ ਦੀ ਯਾਤਰਾ ਕਰ ਦਿੰਦਾ ਮਨ, ਇੰਨੀ ਪਾਵਰ ਹੈ ਇਹਦੇ ਅੰਦਰ। ਜਿਸ ਤਰ੍ਹਾਂ ਤੁਸੀਂ ਇੱਥੇ ਬੈਠੇ ਹੋ, ਨੇਤਰ ਬੰਦ ਕਰਕੇ ਧਿਆਨ ਆਪਣੇ ਘਰ ਲੈ ਕੇ ਜਾਓ, ਫਲਾਣੇ ਕਮਰੇ ਦੇ ਵਿੱਚ, ਫਲਾਣੇ ਰੂਮ ਦੇ ਵਿੱਚ ਆਹ ਚੀਜ਼ ਪਈ ਆ, 1 ਮਿੰਟ 'ਚ ਯਾਤਰਾ ਕਰਿਆ ਹੁੰਦਾ ਘਰ ਦੇ ਵਿੱਚ। ਦੁਨੀਆ ਦੀ ਯਾਤਰਾ 1 ਮਿੰਟ ਦੇ ਵਿੱਚ ਮਨ ਕਰ ਲੈਂਦਾ ਹੈ, ਇੰਨੀ ਪਾਵਰ ਹੈ ਇਹਦੇ ਕੋਲ। ਅਕਾਲ ਪੁਰਖ ਦਾ ਬੱਚਾ ਹੈ, ਸੰਸਾਰ 'ਚ ਮੰਡਲ ਦੇ ਵਿੱਚ ਆਇਆ ਹੈ ਪਾਵਰ ਲੈ ਕੇ, ਪਰ ਪਾਵਰ ਦਾ ਗਲਤ ਇਸਤੇਮਾਲ ਕਰੀ ਜਾਂਦਾ। ਜਿਹੜੀ ਪਾਵਰ ਦਾ ਇਸਤੇਮਾਲ ਕਰਕੇ ਇਹਨੇ ਮਾਲਕ ਤੱਕ ਮਿਲਣਾ ਸੀ, ਉਹ ਪਾਵਰ ਦਾ ਸੰਸਾਰ ਦੇ ਵਿੱਚ ਝੂਠ ਬੋਲ ਕੇ, ਕੂੜ ਦੀ ਸੇਵਾ ਕਰਕੇ ਆਪ ਵੀ ਰੋਗੀ ਹੋ ਗਿਆ, ਤੇ ਜੋ ਕਰਮ ਕਰਦਾ ਉਹ ਵੀ ਰੋਗੀ। ਕਿਉਂਕਿ ਮਹਾਰਾਜ ਸਮਝਾਉਂਦੇ, ਕਹਿੰਦੇ ਮਨਮੁਖ ਚੱਲੇ ਮੂਲ ਗਵਾਈ ਜੀਵ। ਜਿਹੜਾ ਮਨਮੁਖ ਜੀਵ ਹੁੰਦਾ ਉਹ ਆਪਣੇ ਮਨ ਦੇ ਪਿੱਛੇ ਲੱਗਦਾ ਹੈ। ਹੁਣ ਗੁਰਮੁਖ ਇਹਨੂੰ ਕਹਿੰਦੇ ਨੇ ਜਿਹੜਾ ਗੁਰੂ ਦੇ ਪਿੱਛੇ ਲੱਗਦਾ ਹੈ, ਜਿਹੜਾ ਗੁਰੂ ਦੇ ਦੱਸੇ ਹੋਏ ਮਾਰਗ ਤੇ ਚੱਲਦਾ ਹੈ, ਉਸ ਨੂੰ ਕਹਿੰਦੇ ਨੇ ਗੁਰਮੁਖ। ਜਿਹੜਾ ਆਪਣੀ ਮੱਤ ਵਰਤਦਾ ਹੈ, ਉਸ ਨੂੰ ਕਹਿੰਦੇ ਨੇ ਮਨਮੁਖ। ਕਿਉਂਕਿ ਆਪਣੀ ਮੱਤ ਜਿਹੜੀ ਹੈ ਉਹ ਥੋੜ੍ਹੀ ਹੈ, ਮੇਰੀ ਮੱਤ ਥੋੜ੍ਹੀ ਰਾਮ। ਜਿਹੜੀ ਗੁਰੂ ਦੀ ਮੱਤ ਹੈ, ਤੇ ਮਹਾਰਾਜ ਸਮਝਾਉਂਦੇ, ਕਹਿੰਦੇ ਗੁਰ ਕੀ ਮੱਤ ਤੂੰ ਲੈ ਇਆਨੇ, ਭਗਤ ਬਿਨਾ ਬਹੁਤ ਡੁੱਬੇ ਸਿਆਣੇ। ਕਹਿੰਦੇ ਵੀ ਜਿੰਨੇ ਸੰਸਾਰ ਦੇ ਵਿੱਚ ਸਿਆਣੇ ਸੀ, ਸਭ ਭਗਤਾਂ ਤੋਂ ਬਿਨਾ, ਗੁਰੂ ਤੋਂ ਬਿਨਾ ਡੁੱਬ ਗਏ। ਕਿਉਂਕਿ ਸਾਡੀਆਂ 2 ਅੱਖਾਂ ਹੈ, ਇਹ 2 ਹੀ ਅੱਖਾਂ ਸੰਸਾਰ ਦੇਖਦੀਆਂ ਹੈ। ਅੰਦਰ ਦਾ ਸਾਨੂੰ ਭੇਤ ਕੋਈ ਨਹੀਂ, ਅੰਦਰ ਦੀ ਸਾਨੂੰ ਨਿਸ਼ਾਨੀ ਕੋਈ ਨਹੀਂ, ਘਰ ਦਾ ਸਾਨੂੰ ਪਤਾ ਕੋਈ ਨਹੀਂ ਕਿੱਥੋਂ ਅਸੀਂ ਆਏ ਹਾਂ, ਨਾਮ ਦਾ ਸਾਨੂੰ ਭੇਤ ਕੋਈ ਨਹੀਂ, ਮਾਲਕ ਅੰਦਰੋਂ ਦੇਖਿਆ ਨਹੀਂ, ਮਨ ਦੀ ਸਹਿਜ ਨਹੀਂ ਬਣੀ, ਤੇ ਮਨ ਇਹੀ ਬਿੱਖ ਖਾਂਦਾ ਹੈ ਤੇ ਬਿੱਖ ਹੀ ਬੀਜਦਾ ਹੈ ਸੰਸਾਰ ਦੇ ਵਿੱਚ। ਮਹਾਰਾਜ ਸਮਝਾਉਂਦੇ, ਕਹਿੰਦੇ ਵੀ ਜੋ ਤੁਸੀਂ ਬੀਜੋਗੇ ਉਹੀ ਤੁਹਾਨੂੰ ਵੱਢਣਾ ਪੈਣਾ ਹੈ। ਹੁਣ ਆਪਾਂ ਨੇਤਰਾਂ ਦੇ ਰਾਹੀਂ ਵੀ ਬੀਜੀ ਜਾਂਦੇ ਹਾਂ, ਜ਼ੁਬਾਨ ਦੇ ਰਾਹੀਂ ਵੀ ਬੀਜੀ ਜਾਂਦੇ ਹਾਂ, ਕੰਨਾਂ ਦੇ ਰਾਹੀਂ ਵੀ ਬੀਜੀ ਜਾਂਦੇ ਹਾਂ, ਤੇ ਮਨ ਦਾ ਟਿਕਾਓ ਹੀ ਨਹੀਂ ਹੈਗਾ। ਬਹੁਤ ਸਾਰੇ ਜੀਵ ਐਸੇ ਨੇ ਕਿ ਜੋ ਗੁਰੂ ਘਰ ਵੀ ਆਉਂਦੇ ਆ, ਨਿਤਨੇਮ ਵੀ ਕਰਦੇ ਆ, ਪਰ ਸਹਿਜ ਨਹੀਂ ਹੈ, ਬਾਣੀ ਵੀ ਪੜ੍ਹਦੇ ਆ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ, ਬਾਣੀ ਗੁਰਬਾਣੀ ਗੁਰੂ ਦੁਆਰਾ ਮਹਾਰਾਜ ਸਮਝਾਉਂਦੇ, ਕਹਿੰਦੇ ਕਿਆ ਪੜ੍ਹੀਏ ਕਿਆ ਗੁਣੀਏ, ਕਿਆ ਵੇਦ ਪੁਰਾਨਾ ਸੁਣੀਏ, ਪੜ੍ਹੇ ਸੁਣੇ ਕਿਆ ਹੋਈ, ਜੇ ਸਹਿਜ ਨਾ ਮਿਲੇ ਉਸ ਹੋਈ। ਕਹਿੰਦੇ ਕੀ ਪੜ੍ਹਦਾ ਪਿਆ ਤੂੰ, ਕੀ ਵੇਦ ਪੁਰਾਨ ਸ਼ਾਸਤਰ ਤੂੰ ਸੁਣਦਾ ਪਿਆ, ਜੇ ਤੇਰਾ ਮਨ ਨੇ ਸਹਿਜ ਦੇ ਵਿੱਚ ਡੁਬਕੀ ਨਹੀਂ ਮਾਰੀ, ਸਹਿਜ ਦੇ ਵਿੱਚ ਤਾੜੀ ਨਹੀਂ ਮਾਰੀ। ਹੁਣ ਸਹਿਜ ਕਿੱਥੇ ਆ ਸਾਨੂੰ ਪਤਾ ਨਹੀਂ। ਜਿੰਨਾ ਚਿਰ ਸਾਡਾ ਮਨ ਸਹਿਜ ਵਿੱਚ ਨਹੀਂ ਜਾਂਦਾ, ਉਹਨਾਂ ਚਿਰ ਸਾਡੀਆਂ ਕਰਮ ਇੰਦਰੀਆਂ ਜਿਹੜੀਆਂ ਇਹ ਕਾਬੂ ਨਹੀਂ ਆਉਂਦੀਆਂ। ਮਹਾਰਾਜ ਸਮਝਾਉਂਦੇ, ਕਹਿੰਦੇ ਹਰ ਕਾ ਬਲੋਬਲਾ ਬਲੋਬੋ ਮੇਰੇ ਭਾਈ, ਸਹਿਜ ਬਲੋਬੋ ਜੈਸੇ ਤਤ ਨਾ ਜਾਈ। ਮਹਾਰਾਜ ਸਮਝਾਉਂਦੇ, ਕਹਿੰਦੇ ਚਾਕਰ ਤੇਰਾ ਸੋਹੀ, ਚਾਕਰ ਕਹਿੰਦੇ ਨੌਕਰ ਨੂੰ, ਕਹਿੰਦੇ ਪਰਮਾਤਮਾ ਦਾ ਨੌਕਰ ਉਹੀ ਆ, ਕਹਿੰਦੇ ਚਾਕਰ ਤੇਰਾ ਸੋਈ ਜੋ ਸਹਿਜੇ ਰਹਿ ਸਮਾਏ। ਤੇ ਆਪਾਂ 24 ਘੰਟੇ ਵਿੱਚ ਸੰਸਾਰ ਦੇ ਵਿੱਚ ਆਉਂਦੇ ਹਾਂ ਸਵੇਰ ਤੋਂ ਲੈ ਕੇ, ਤੇ ਆਪਾਂ ਸਹਿਜ ਦੇ ਵਿੱਚ ਜਾਂਦੇ ਨਹੀਂ, ਤੇ ਚਾਕਰ ਆਪਾਂ ਪਰਮਾਤਮਾ ਦੇ ਬਣੇ ਨਹੀਂ, ਭਾਵੇਂ ਲੱਖ ਗੁਰਦੁਆਰੇ ਆ ਜਾਈਏ। ਕਿਉਂਕਿ ਜਿੰਨਾ ਚਿਰ ਸਾਨੂੰ ਸਹਿਜ ਦਾ ਹੀ ਨਹੀਂ ਪਤਾ, ਉਹਨਾਂ ਚਿਰ ਆਪਾਂ ਨੂੰ ਆਪਣੇ ਆਪ ਦੀ ਪਛਾਣ ਨਹੀਂ ਆਉਣੀ, ਤੇ ਸਾਡੇ ਅੰਦਰ ਭਾਈ ਕੀ ਕੁਝ ਚੱਲ ਰਿਹਾ ਆ ਉਹ ਸਾਨੂੰ ਪਤਾ ਨਹੀਂ ਲੱਗਣਾ। ਦੂਸਰੇ ਦੇ ਔਗਣ ਆਪਾਂ ਦੇਖੀ ਜਾਂਦੇ ਹਾਂ ਕਿ ਫਲਾਣੇ ਵਿੱਚ ਇਹ ਔਗਣ ਆ, ਕਿਉਂਕਿ ਮਨ ਜਿਹੜਾ ਇਹ ਦੂਸਰੇ ਦੇ ਔਗਣ ਦੇਖ ਕੇ ਉਹਦੇ ਵਿੱਚੋਂ ਰਸ ਲੈਂਦਾ ਹੈ, ਰਸ ਦਾ ਆਦੀ ਹੋ ਚੁੱਕਿਆ ਹੈ, ਤੇ ਆਪਣਾ ਮਨ ਜਿਹੜਾ ਇਹ ਸਹਿਜ ਵਿੱਚ ਗਿਆ ਨਹੀਂ, ਤੇ ਆਪਣੇ ਅੰਦਰ ਕੀ ਚੱਲਦਾ ਹੈ ਉਹ ਪਤਾ ਨਹੀਂ। ਤੇ ਮਹਾਰਾਜ ਬਾਬਾ ਫਰੀਦ ਜੀ ਸਮਝਾਉਂਦੇ, ਕਹਿੰਦੇ ਫਰੀਦਾ ਜੋਤੈ ਮਾਰਨ ਮੁੱਕੀਆਂ, ਤਿਨਾ ਨਾ ਮਾਰੀ ਘੁੰਮ, ਆਪ ਲੜੇ ਘਰ ਜਾਈਏ ਫੈਰਤ ਨਾ ਦੇ ਚੁੰਮ। ਏਡੀ ਹੁਣ ਸਹਿਜ ਕਿਹਦੇ ਅੰਦਰ ਪ੍ਰਗਟ ਹੋਵੇ। ਕਿਉਂਕਿ ਜਦੋਂ ਅਸੀਂ ਗੁਰੂ ਵਾਲੇ ਬਣਦੇ ਹਾਂ, ਗੁਰੂ ਦੀ ਸ਼ਰਨ ਵਿੱਚ ਆਉਂਦੇ ਹਾਂ, ਅੰਮ੍ਰਿਤ ਛਕਦੇ ਹਾਂ, ਉਦੋਂ ਸਾਡਾ ਜੋ ਹੁਕਮ ਹੁੰਦਾ ਹੈ ਆਪਾਂ ਗੁਰੂ ਦੇ ਦਾਇਰੇ ਵਿੱਚ ਰਹਿਣਾ ਹੁੰਦਾ ਹੈ। ਤੇ ਜੇ ਸਾਨੂੰ ਨਾ ਭੇਦ ਆਵੇ ਤੇ ਕਰਮਕਾਂਡ ਸਾਡੀ ਜ਼ੁਬਾਨ ਤੇ ਮੁੱਖ ਤੇ ਚੱਲੀ ਜਾਂਦਾ, ਫਿਰ ਸਹਿਜ ਨਹੀਂ ਹੈਗੀ ਅੰਦਰ। ਜਿੰਨਾ ਚਿਰ ਮਨ ਸਹਿਜ ਨਹੀਂ ਗਿਆ,
ਸੰਸਾਰ ਦੇ ਲੰਗਰ ਲਾਈ ਜਾਂਦੇ ਆਪਾਂ, ਸ਼ਮੀਲਾਂ ਲਾਈ ਜਾਂਦੇ ਆ, ਸੰਸਾਰ ਦਾ ਜੋ ਵੀ ਆਪਾਂ ਕਿਰਿਆ ਕਰਮ ਕਰੀ ਜਾਂਦੇ ਆ, ਕਰੀ ਜੋ, ਪਰ ਮਨ ਦਾ ਟਿਕਾਊ ਹੀ ਨਹੀਂ ਹੈਗਾ, ਸਹਿਜ ਨਹੀਂ ਹੈਗੀ। ਕਿਉਂਕਿ ਮਨ ਦੇ ਨਾਲ ਕੀਤਾ ਹੋਇਆ ਕਰਮ ਸਾਡੀ ਦਰਗਾਹ ਤੱਕ ਨਿਭਦਾ ਹੈ ਤੇ ਸਜ਼ਾ ਦਾ ਭਾਗੀ ਮਨ ਬਣਦਾ ਹੈ, ਤਨ ਦਾ ਰੋਲ ਹੀ ਕੋਈ ਨਹੀਂ ਵਿੱਚ। ਮਹਾਰਾਜ ਕਹਿੰਦੇ ਇਹ ਤਨ ਜਿਹੜਾ ਤਨ ਹੈ ਇਹ ਸੰਸਾਰ ਦੇ ਵਿੱਚ ਇਹਦਾ ਘਰ ਸ਼ਮਸ਼ਾਨ ਘਾਟ ਹੈ, ਇਹਨੂੰ ਅੱਗ ਲਾ ਦੇਣੀ ਆ, ਜਲਾ ਦੇਣਾ। ਜਿਹੜੇ ਕੇਸ ਆ ਇਹ ਘਾਹ ਦੇ ਬੂਲੇ ਵਾਂਗੂ ਫੂਕ ਹੋ ਜਾਣੇ ਆ ਤੇ ਸਜ਼ਾ ਸਾਰੀ ਮਨ ਦੀ ਹੈ। ਜਿਹਨੂੰ ਬਾਬਾ ਕਬੀਰ ਸਾਹਿਬ ਸਮਝਾਉਂਦੇ, ਕਹਿੰਦੇ ਕਬੀਰ ਹਾਡ ਜਲੇ ਜੈਸੇ ਲੱਕੜੀ ਕਾ ਤੂਲਾ, ਕੇਸ ਜਲੇ ਜੈਸੇ ਘਾਸ ਕਾ ਬੂਲਾ। ਜਿੱਦਾਂ ਘਾਹ ਨੂੰ ਅੱਗ ਲਾਈ ਦੀ ਇੱਦਾਂ ਕੇਸਾਂ ਨੂੰ ਅੱਗ ਪੈਣੀ ਅੰਤਮ ਸਮੇਂ। ਕਹਿੰਦੇ ਕਬ ਕਹਤ ਕਬੀਰ ਤਬ ਹੀ ਨਰ ਜਾਗੇ, ਜਮ ਕਾ ਡੰਡ ਮੂੜ ਮੇ ਲੱਗੇ। ਹੁਣ ਜਾਗਣਾ ਕਿੱਦਾਂ ਹੈ ਸਾਨੂੰ ਪਤਾ ਹੀ ਨਹੀਂ, ਕਿਉਂਕਿ ਸੰਸਾਰ ਦੇ ਵਿੱਚ ਆਪਾਂ ਪ੍ਰਵੇਸ਼ ਹੋ ਗਏ ਹਾਂ, ਸੰਸਾਰ ਦਾ ਕਿਰਿਆ ਕਰਮ ਦੇਖੀ ਜਾਂਦੇ, ਮਨ ਨੂੰ ਜਗਾਇਆ ਹੀ ਨਹੀਂ। ਤੇ ਮਹਾਰਾਜ ਸਮਝਾਉਂਦੇ, ਕਹਿੰਦੇ ਅਬ ਮਨ ਜਾਗਤ ਰੋ ਰੇ ਭਾਈ, ਗਾਫਰ ਹੋ ਕੇ ਜਨਮ ਗਵਾਇਆ, ਚੋਰ ਮੁਸੇ ਕਰ ਜਾਈ। ਕਹਿੰਦੇ ਵੀ ਹੁਣ ਜਾਗ ਜਾ ਭਾਈ, ਕਿਉਂ ਗਾਫਰ ਹੋ ਕੇ ਜਨਮ ਗਵਾਈ ਜਾ ਰਿਹਾ ਆ, ਤੇਰੀ ਔਤ ਘਟਦੀ ਜਾ ਰਹੀ ਹੈ ਤੇ ਤੈਨੂੰ ਫਿਰ ਮੁੜ ਕੇ ਸਜ਼ਾ ਮਿਲਣੀ ਹੈ। ਕਿ ਹੁਣ ਦੇਖਦੇ ਆਪਾਂ ਲੱਕੜਾਂ ਨੂੰ ਅੱਗ ਲਾਈ ਦੀ ਆ, ਕੜਕ 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 ਦੀ ਆਵਾਜ਼ ਆਉਂਦੀ ਹੈ, ਅੱਗ ਜਦੋਂ ਮੱਚਦੀ ਹੈ ਅੰਤਮ ਸਮੇਂ ਇੱਦਾਂ ਹੀ ਆਪਣੇ ਹੱਡਾਂ ਦੀ ਕੜਕ 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 ਆਵਾਜ਼ ਆਉਣੀ ਹੈ ਸ਼ਮਸ਼ਾਨ ਘਾਟ ਦੇ ਵਿੱਚੋਂ। ਤੇ ਜਿਹੜੇ ਘਾਹ ਆ, ਜਿੱਦਾਂ ਘਾਹ ਨੂੰ ਅੱਗ ਲਾਈ ਦੀ, ਕੇਸਾਂ ਨੂੰ ਅੱਗ ਇੱਦਾਂ ਪੈ ਜਾਣੀ ਆ। ਸਮਾਂ ਮੋਹਰੇ ਜਿਹੜਾ ਆਪਣਾ ਮਿਥਿਆ ਹੋਇਆ ਹੈ, ਸਜ਼ਾ ਦਾ ਭਾਗੀ ਮਨ ਬਣ ਜਾਂਦਾ ਹੈ। ਹੁਣ ਮਨ ਦੇ ਨਾਲ ਕੀਤਾ ਹੋਇਆ ਕਰਮ ਜਿਹੜਾ ਆ ਉਹ ਹੀ ਦਰਗਾਹ ਤੱਕ ਨਿਭਦਾ ਹੈ। ਜਿੰਨਾ ਵੀ ਆਪਾਂ ਮਨ ਦੇ ਨਾਲ ਕਰਮ ਕਰਦੇ ਹਾਂ, ਚਾਹੇ ਚੰਗਾ ਕਰਦੇ ਹਾਂ ਚਾਹੇ ਮਾੜਾ ਕਰਦੇ ਹਾਂ, ਉਹ ਚਿੱਤਰ ਗੁਪਤ ਆਪਣੇ ਦੋਨੇ ਕੰਧਿਆਂ 'ਤੇ ਬੈਠੇ ਹੋਏ ਆ, ਸੂਖਮ ਰੂਪ 'ਚ ਆਪਾਂ ਨੂੰ ਦੀਦੇ ਨਹੀਂ। ਉਹ ਸਾਡੀ ਰਿਪੋਰਟ ਦਰਗਾਹ ਦੇ ਵਿੱਚ ਪਹੁੰਚਾਈ ਜਾਂਦੇ ਆ, ਲਿਖ ਹੋ ਰਿਹਾ ਸਾਰਾ ਸਮਾਂ। ਹੁਣ ਜਿੰਨਾ ਚਿਰ ਸਾਡਾ ਮਨ ਨਹੀਂ ਸਾਫ਼ ਹੁੰਦਾ ਉਨਾ ਚਿਰ ਸਾਡੀ ਜਿਹੜੀ ਭਗਤੀ ਹੈ ਉਹ ਸ਼ੁਰੂ ਨਹੀਂ ਹੁੰਦੀ। ਫਰੀਦਾ ਆਪ ਸਵਾਰੇ ਮੈਂ ਮਿਲੇ, ਮੈਂ ਮਿਲਿਆ ਸੁਖ ਹੋਏ, ਜੇ ਤੂੰ ਮੇਰਾ ਹੋਏ ਰਹੇ ਤੇ ਸਭ ਜੱਗ ਤੇਰਾ ਹੋਏ। ਹੁਣ ਆਪਾਂ ਆਪਣੇ ਆਪ ਨੂੰ ਸਵਾਰਨਾ, ਇਹ ਜਿਹੜਾ ਖੇਤ ਸਾਨੂੰ ਮਿਲਿਆ ਹੈ, ਘਰ ਸਾਨੂੰ ਮਿਲਿਆ ਹੈ, ਇਹ ਸਮਾਂ ਮਿਥਿਆ ਹੋਇਆ ਹੈ, ਸਵਾਸਾਂ ਦਾ ਧਨ ਮਿਲਿਆ ਹੈ, ਇਹ ਸਵਾਸ ਘਟਦੇ ਜਾ ਰਹੇ ਆ। ਜਿਸ ਤਰ੍ਹਾਂ ਇੱਕ ਕੱਚੇ ਭਾਂਡੇ ਦੇ ਵਿੱਚ ਆਪਾਂ ਪਾਣੀ ਪਾ ਲਈਦਾ, ਪਾਣੀ ਪਾ ਕੇ ਉਹ ਸਿਮ ਦਾ ਘਟ ਜਾਂਦਾ ਹੈ ਤੇ ਜ਼ਿੰਦਗੀ ਸਾਡੀ ਘਟਦੀ ਜਾ ਰਹੀ ਹੈ। ਜਿਹਨੂੰ ਮਹਾਰਾਜ ਸਮਝਾਉਂਦੇ, ਕਹਿੰਦੇ ਔਦ ਘਟੈ ਦਿਨ ਸਰੈ ਨਾਰੇ, ਮਨ ਗੁਰੂ ਮਿਲ ਕਾਰ ਸਵਾਰੇ। ਵੀ ਹੁਣ ਗੁਰੂ ਨੂੰ ਮਿਲ ਕੇ ਕਾਰ ਸਵਾਰ ਲਾ। ਹੁਣ ਆਪਾਂ ਗੁਰੂ ਨੂੰ ਮਿਲਣ ਵਾਸਤੇ ਆਏ ਆ, ਮਾਲਕ ਨੂੰ ਮਿਲਣ ਵਾਸਤੇ ਆਏ ਆ, ਤੇ ਜਿਹਨੂੰ ਅਸੀਂ ਮਿਲਣ ਵਾਸਤੇ ਆਏ ਆ ਉਹ ਸਭ ਤੋਂ ਸਾਡੇ ਨੇੜੇ ਹੈ। ਹੁਣ ਜਿਸ ਤਰ੍ਹਾਂ ਆਪਣਾ ਪਰਿਵਾਰ ਹੈ, ਇੱਥੋਂ ਕਿਲੋਮੀਟਰਾਂ ਦੇ ਹਿਸਾਬ ਦੇ ਨਾਲ ਤੁਸੀਂ ਲਾ ਲਓ ਵੀ ਕਿੰਨਾ ਦੂਰ ਆਪਾਂ ਪਰਿਵਾਰ ਤੋਂ ਬੈਠੇ ਆ, ਤੇ ਸਾਡੇ ਕਮਰੇ ਕਿੰਨੇ ਦੂਰ ਹੈ, ਸਾਡੇ ਸੱਜਣ ਮਿੱਤਰ ਕਿੰਨੇ ਦੂਰ ਆ, ਮਾਲਕ ਸਾਡੇ ਨਾਲ ਹੈ ਸਦਾ। ਹੁਣ ਮਹਾਰਾਜ ਸਮਝਾਉਂਦੇ, ਕਹਿੰਦੇ ਸਾਹਿਬ ਸਦਾ ਹਜੂਰ ਹੈ, ਕਿਆ ਉੱਚੀ ਕਰੇ ਪੁਕਾਰ। ਵੀ ਮਾਲਕ ਦਾ ਤੇਰੇ ਸਦਾ ਹੀ ਅੰਗ ਸੰਗ ਹੈ, ਤੂੰ ਮਾਲਕ ਦੇ ਵਿੱਚ ਰਹਿਣਾ ਹੈ। ਕਹਿ ਰਵਿਦਾਸ ਹੱਥ ਪੈ ਨੇੜੇ, ਸਹਿਜੇ ਹੋਈ ਸੋ ਹੋਈ। ਕਹਿੰਦੇ ਹੱਥਾਂ ਪੈਰਾਂ ਦੇ ਨੇੜੇ ਆ ਤੇ ਮਨ ਨੂੰ ਸਹਿਜ 'ਚ ਲੈ ਆ। ਹੁਣ ਜਿਹੜੀ ਕਥਾ ਜੋ ਮਾਲਕ ਦਾ ਖੇਲ ਹੈ ਉਹ ਸ਼ੁਰੂ ਹੁੰਦਾ ਹੈ ਸਹਿਜ ਦੇ ਵਿੱਚੋਂ। ਜੇ ਸਾਨੂੰ ਸਹਿਜ ਹੀ ਨਾ ਸਾਡੇ ਅੰਦਰ ਪ੍ਰਗਟ ਹੋਈ ਤੇ ਸਾਨੂੰ ਆਪਣੇ ਆਪ ਦਾ ਗਿਆਨ ਦਾ ਪਤਾ ਹੀ ਨਹੀਂ ਲੱਗਣਾ ਕਿ ਸਾਡਾ ਮਨ ਕੀ ਕੁਛ ਕਰਦਾ ਪਿਆ ਆ, ਇਹ ਕਿੱਦਾਂ ਸੰਸਾਰ ਦੇ ਵਿੱਚ ਟੱਪਦਾ ਪਿਆ ਆ, ਕਿੱਦਾਂ ਇਹਨੂੰ ਰੋਗ ਲੱਗੇ ਹੋਏ ਆ। ਹੁਣ ਇਹ ਮਹਾਰਾਜ ਸਮਝਾਉਂਦੇ ਵੀ ਜਿਹੜਾ ਮਨ ਹੈ ਇਹਨੂੰ ਆਪਾਂ ਸਾਫ਼ ਕਰਨਾ। ਕਿਸ ਤਰ੍ਹਾਂ ਕਰਨਾ? ਇਹਨੂੰ ਸ਼ਬਦ ਨਾਲ ਜੋੜਨਾ। ਸੰਸਾਰ ਦੇ ਵਿੱਚ ਕੋਈ ਚੀਜ਼ ਨਹੀਂ ਐਸੀ ਜਿਹੜੀ ਇਹਨੂੰ ਸਾਫ਼ ਕਰ ਦੇਵੇ। ਜਿਸ ਤਰ੍ਹਾਂ ਭਾਂਡਾ ਹੁੰਦਾ ਹੈ, ਭਾਂਡੇ ਨੂੰ ਅਸੀਂ ਲਿਕਵਿਡ ਲਾਈਦਾ ਆ ਜਾਂ ਰੇਤਾ ਨਾਲ ਮਾਂਜ ਦਿੰਦੇ ਆ, ਜਿਸ ਤਰ੍ਹਾਂ ਆਪਾਂ ਬਾਟਾ ਮਾਂਜੀ ਦਾ ਰੇਤਾ ਦੇ ਨਾਲ। ਹੁਣ ਮਨ ਜਿਹੜਾ ਆ ਇਹ ਉਹਨੂੰ ਮੈਲ ਚੜੀ ਹੋਆ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਸੰਗ ਛੱਡਦਾ ਨਹੀਂ, ਈਰਖਾ ਨਫ਼ਰਤ ਛੱਡਦਾ ਨਹੀਂ, ਚੁਗਲੀ ਨਿੰਦਿਆ ਛੱਡਦਾ ਨਹੀਂ, ਤੇ ਇਹਦੇ ਉੱਤੇ ਮੈਲ ਲੱਗੀ ਹੋਈ ਆ। ਮੈਲ ਇਹ ਛੱਡਦਾ ਨਹੀਂ, ਨਾਮ ਪ੍ਰਗਟ ਨਹੀਂ ਹੁੰਦਾ, ਸਹਿਜ 'ਚ ਤਾੜੀ ਮਾਰਦਾ ਨਹੀਂ। ਤੇ ਜਿੰਨਾ ਚਿਰ ਸਹਿਜ 'ਚ ਨਹੀਂ ਜਾਂਦਾ ਉਹਨਾਂ ਚਿਰ ਇਹਨੂੰ ਆਪਣਾ ਆਪ ਦਾ ਪਤਾ ਨਹੀਂ ਲੱਗਦਾ। ਹੁਣ ਸਹਿਜ ਕਿੱਥੇ ਆ? ਸਾਡੇ ਅੰਦਰ ਹੀ ਹੈ। ਜਿੰਨਾ ਚਿਰ ਆਪਣੇ ਅੰਦਰ ਇਹ ਸਹਿਜ 'ਚ ਨਹੀਂ ਜਾਂਦਾ, ਆਪਣੇ ਘਰ 'ਚ ਨਹੀਂ ਜਾਂਦਾ। ਸਾਡਾ ਘਰ ਕੀ ਹੈ? ਸਹਿਜ। ਜਿੱਥੇ ਜਾ ਕੇ ਸਾਡਾ ਸਰੀਰ ਨਾਲ ਵੀ ਲਿੰਕ ਟੁੱਟ ਜਾਂਦਾ, ਮਨ ਸੁਖੀ ਹੋ ਜਾਂਦਾ, ਮਨ ਆਜ਼ਾਦ ਹੋ ਜਾਂਦਾ, ਮਨ ਦਾ ਬਲ ਬਣ ਜਾਂਦਾ। ਤੇ ਮਨ ਜਿਹੜਾ ਬਲ ਬਣਦਾ ਮਨ ਦਾ, ਉਦੋਂ ਹੀ ਮਨ ਸਾਡਾ ਬਲਵਾਨ ਹੁੰਦਾ। ਇਹਨੂੰ ਖੁਰਾਕ ਵੀ ਸਹਿਜ 'ਚ ਮਿਲਦੀ, ਇਹਦੀ ਸੰਸਾਰ 'ਚ ਤਾਂ ਖੁਰਾਕ ਹੀ ਨਹੀਂ ਹੈਗੀ ਮਨ ਦੀ। ਹੁਣ ਜਿਹੜੀ ਮਨ ਦੀ ਖੁਰਾਕ ਹੈ ਉਹ ਹੈ ਅੰਮ੍ਰਿਤ ਰਸ, ਨਾਮ ਰਸ। ਜਿੰਨਾ ਚਿਰ ਇਹ ਨਾਮ ਰਸ ਦੇ ਵਿੱਚ ਨਹੀਂ ਸਮਾਉਂਦਾ, ਅੰਮ੍ਰਿਤ ਰਸ ਨੂੰ ਪੀਂਦਾ ਨਹੀਂ ਅੰਦਰੋਂ, ਉਹਨਾਂ ਚਿਰ ਤ੍ਰਿਸ਼ਨਾ ਕਿੱਥੋਂ ਬੁੱਝੂ ਇਹਦੀ। ਤ੍ਰਿਸ਼ਨਾ ਬੁੱਝੇ ਹਰਿ ਕੇ ਨਾਮ,
ਹਰੀ ਦੇ ਨਾਮ ਦੇ ਨਾਲ ਤ੍ਰਿਸ਼ਨਾ ਬੁੱਝਣੀ ਹੈ, ਤੇ ਨਾਮ ਸਾਡੇ ਅੰਦਰ ਪ੍ਰਗਟ ਨਹੀਂ ਹੋਇਆ। ਨਾਮ ਦਾ ਅਸੀਂ ਪਿੱਛਾ ਨਹੀਂ ਕੀਤਾ। ਜਿਹੜੇ ਨਾਮ ਨੇ ਸਾਨੂੰ ਅੰਤਮ ਸਮੇਂ ਦਰਗਾਹ ਦੇ ਵਿੱਚੋਂ ਯਾਦ ਕਰਾਉਣਾ ਸੀ, ਮਾਲਕ ਦੇ ਸਨਮੁਖ ਕਰਨਾ ਸੀ, ਅੰਦਰੋਂ ਮਾਲਕ ਦਿਖਾ ਲੈਣਾ ਸੀ, ਇਹ ਸਰੀਰ ਛੱਡਣਾ ਸੀ ਆਪਾਂ ਨਾਮ ਦੇ ਆਸਰੇ, ਤੇ ਨਾਮ ਦਾ ਸਾਨੂੰ ਭੇਤ ਹੀ ਨਹੀਂ ਆਇਆ। ਹੁਣ ਆਪਾਂ ਕੀ ਕਰਨਾ ਹੈ ਕਿ ਜਿੰਨਾ ਚਿਰ ਅਸੀਂ ਆਪਣੇ ਆਪ ਦੀ ਖੋਜ ਨਹੀਂ ਕਰਦੇ, ਉਹਨਾਂ ਚਿਰ ਮਾਲਕ ਪ੍ਰਗਟ ਨਹੀਂ ਹੁੰਦਾ। ਜਿਹੜੀ ਪੂਜਾ ਭਗਤੀ ਆਪਾਂ ਕਰਦੇ ਹਾਂ ਉਹ ਸ਼ੁਰੂ ਸਾਰੀ ਨਾਮ ਤੋਂ ਹੁੰਦੀ ਹੈ। ਮਹਾਰਾਜ ਪੰਜ ਸਮਝਾਉਂਦੇ, ਕਹਿੰਦੇ ਗੁਰਮੁਖ ਭਗਤ ਜਿਤ ਸਹਿਜ ਧੁਨ ਉਪਜੈ। ਸਹਿਜ ਧੁਨ ਤੋਂ ਭਗਤੀ ਸ਼ੁਰੂ ਹੁੰਦੀ ਹੈ, ਤੇ ਜਿਹੜੀ ਸਹਿਜ ਧੁਨ ਹੈ ਉਹ ਚੌਥੇ ਪਦ 'ਚੋਂ ਆ ਰਹੀ ਹੈ ਆਵਾਜ਼ ਸਾਡੇ ਅੰਦਰ ਲਗਾਤਾਰ। ਸਾਡੇ ਆ ਭਰਵੱਟਿਆਂ ਤੋਂ ਉੱਪਰ ਸਾਰਾ ਚੌਥਾ ਪਦ ਹੈ, ਇਸ ਤੋਂ ਉੱਪਰ ਇਸ ਤੋਂ ਥੱਲੇ ਤ੍ਰੈ ਗੁਣ ਸੰਸਾਰ ਸਾਰਾ। ਇਹੀ ਦਰ ਹੈ, ਇੱਥੇ ਮਨ ਬਹਿੰਦਾ ਨਹੀਂ ਆਣ ਕੇ। ਜਿੰਨਾ ਚਿਰ ਮਨ ਸਾਡਾ ਇੱਥੇ ਬਹਿੰਦਾ ਨਹੀਂ, ਅੰਦਰ ਦਾ ਪਤਾ ਨਹੀਂ ਲੱਗਦਾ ਸਾਡੇ ਅੰਦਰ ਕੀ ਕੁਝ ਚੱਲਦਾ ਹੈ। ਹੁਣ ਗੁਰੂ ਗ੍ਰੰਥ ਸਾਹਿਬ ਦੀ ਮਹਾਰਾਜ ਦੀ ਬਾਣੀ ਹੈ, ਇਹ ਆਪਾਂ ਪੜ੍ਹਦੇ ਹਾਂ। ਜਦੋਂ ਅਸੀਂ ਸਰੀਰ ਤੋਂ ਅਲੱਗ ਹੋ ਗਏ, ਸਾਡੇ ਅੰਦਰ ਆਨੰਦ ਬਾਣੀ ਚੱਲਦੀ ਹੈ, ਉਹਨਾਂ ਧਿਆਨ ਜੋੜਨਾ ਉਹਨੂੰ ਸਾਨੂੰ ਪਤਾ ਹੀ ਨਹੀਂ ਬਣਦਾ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ, ਇਹ ਸਹਿਜ ਪਾਠ ਆਪਾਂ ਰੱਖਿਆ, ਸਾਰੇ ਜਣੇ ਆਪਾਂ ਸਹਿਜ ਪਾਠ ਕਰਦੇ ਹਾਂ, ਤੇ ਇੱਦਾਂ ਹੀ ਸਾਡੇ ਅੰਦਰ ਲਗਾਤਾਰ ਸਹਿਜ ਪਾਠ ਚੱਲ ਰਿਹਾ। ਮਾਲਕ ਗੱਜਦਾ ਪਿਆ ਅੰਦਰ ਦਾ ਸਾਨੂੰ ਪਤਾ ਹੀ ਕੋਈ ਨਹੀਂ। ਜੇ ਕਿਸੇ ਨੂੰ ਕਹਿ ਦੋ ਤਾਂ ਉਹ ਕਹਿੰਦਾ ਮੋਰਿਓ ਭਾਈ ਇਹ ਵੀ ਹੁੰਦਾ, ਨਹੀਂ ਜੀ ਪਤਾ ਨਹੀਂ ਜੀ, ਬਾਹਰੋਂ ਪੜ੍ਹੀ ਜਾਂਦੇ, ਪੜ੍ਹੀ ਜਾਓ। ਗੱਲ ਸਾਰੀ ਅੰਦਰ ਦੀ ਹੈ। ਹੁਣ ਮਹਾਰਾਜ ਸਮਝਾਉਂਦੇ, ਕਹਿੰਦੇ ਗੁਰਮੁਖ ਹੋਏ ਸੋ ਕਾਇਆ ਖੋਜੇ। ਗੁਰਮੁਖ ਕਿਹੜਾ? ਜਿਹੜਾ ਸਰੀਰ ਦੀ ਖੋਜ ਕਰਦਾ। ਕਾਇਆ ਕਿਹਨੂੰ ਕਿਹਾ ਗਿਆ? ਸਰੀਰ ਨੂੰ। ਮਹਾਰਾਜ ਸਮਝਾਉਂਦੇ, ਕਹਿੰਦੇ ਗੁਰਮੁਖ ਹੋਏ ਸੋ ਕਾਇਆ ਖੋਜੇ, ਹੋਰ ਸਭ ਭਰਮ ਭੁਲਾਈ। ਬਾਕੀ ਤਾਂ ਭਰਮਾਂ 'ਚ ਪੈਣਾ ਹੀ ਨਹੀਂ। ਲੱਭੋ ਸਰੀਰ ਦੇ ਅੰਦਰ ਕਿੱਥੇ ਹੈ ਮਾਲਕ ਬੈਠਾ ਹੋਇਆ ਸਾਡੇ ਅੰਦਰ। ਕਿਉਂਕਿ ਮਾਲਕ ਜਿਹੜਾ ਹੈ ਉਹ ਸੰਸਾਰ ਦੇ ਵਿੱਚ ਅਸੀਂ ਕਹਿੰਦੇ ਅਸੀਂ ਚਲਾਕ ਆ, ਉਹ ਸਾਡੇ ਤੋਂ ਵੀ ਜ਼ਿਆਦਾ ਚਲਾਕ ਹੈ। ਠੱਗਾਂ ਤੋਂ ਠੱਗ ਹੈ ਉਹ, ਸਾਹਮਣੇ ਹੁੰਦਿਆਂ ਅੰਦਰ ਬੈਠਿਆ ਹੋਇਆ ਦੀਦਾ ਨਹੀਂ ਸਾਨੂੰ। ਹੁਣ ਮਹਾਰਾਜ ਸਮਝਾਉਂਦੇ, ਕਹਿੰਦੇ ਗੁਰਮੁਖ ਹੋਏ ਸੋ ਕਾਇਆ ਖੋਜੇ। ਹੁਣ ਗੁਰਮੁਖ ਕਿਹੜਾ ਆ? ਜਿਹੜਾ ਸਰੀਰ ਦੀ ਖੋਜ ਕਰਦਾ। ਇਹ ਨਹੀਂ ਕਿ ਆਪਾਂ ਅੰਮ੍ਰਿਤ ਛਕ ਲਿਆ, 5 ਬਾਣੀਆਂ ਦਾ ਨਿਤਨੇਮ ਕਰ ਲਿਆ, ਸਵੇਰੇ ਸ਼ਾਮਾਂ ਨੂੰ ਰਹਿਰਤ ਪੜ੍ਹ ਲਈ, ਲਓ ਜੀ ਸਾਡਾ ਇਹ ਤਾਂ ਸਾਡਾ ਨਿਤ ਦਾ ਨੇਮ ਹੈ। ਜਿਹੜੀ ਭਗਤੀ ਹੈ ਉਹ ਤਾਂ ਆਪਾਂ ਅਨ ਦਿਨ ਜਗ ਕੇ ਕਰਨੀ ਹੈ। ਕਿਉਂਕਿ ਜਿਹੜਾ ਸੰਤ ਦਾ ਮਾਰਗ ਹੈ, ਮਹਾਰਾਜ ਕਹਿੰਦੇ ਸੰਤ ਕਾ ਮਾਰਗ ਧਰਮ ਕੀ ਪੌੜੀ, ਕੋਵਿਡ ਭਾਗੀ ਪਾਏ। ਵੱਡਿਆਂ ਭਾਗਾਂ ਵਾਲੇ ਇਸ ਤੋਂ ਪਾਰ ਉਤਰਦੇ ਨੇ। ਹੁਣ ਜਿੰਨਾ ਚਿਰ ਮਨ ਸਾਡਾ ਅੰਦਰ ਦੀ ਖੋਜ ਨਹੀਂ ਕਰਦਾ, ਤੇ ਉਹਨਾਂ ਚਿਰ ਸਾਨੂੰ ਅੰਦਰੋਂ ਦੀਦਾ ਕੁਛ ਨਹੀਂ। ਨਾ ਸਾਨੂੰ ਮਾਲਕ ਦੀਦਾ, ਨਾ ਸਾਨੂੰ ਉਹਦੀ ਆਵਾਜ਼ ਸੁਣਦੀ ਹੈ, ਨਾ ਸਾਡੇ ਅੰਦਰ ਅਨਹਦ ਸ਼ਬਦ ਚੱਲਦੇ, ਨਾ ਸਾਨੂੰ ਉਹਦਾ ਪਤਾ, ਨਾ ਸਾਡੀ ਖੁਰਾਕ ਦਾ ਪਤਾ। ਮਨ ਕਮਜ਼ੋਰ ਹੋ ਗਿਆ, ਤੇ ਕਮਜ਼ੋਰ ਹੋਇਆ ਮਨ ਕੀ ਕਰਦਾ? ਨਾ ਕਿਸੇ ਦੀ ਗੱਲ ਸਹਾਰਦਾ, ਤੇ ਨਾ ਕਿਸੇ ਨੂੰ ਵੱਧ ਘੱਟ ਬੋਲਣ ਦਿੰਦਾ, ਨਾ ਕਿਸੇ ਨਾਲ ਨਿਆਂ ਕਰਦਾ, ਨਾ ਸੱਚ ਦਾ ਮਾਰਗ ਕਰਦਾ, ਨਾ ਸੱਚ ਦੇ ਉੱਪਰ ਉਤਰਦਾ। ਕਿਉਂਕਿ ਮਨ ਕਮਜ਼ੋਰ ਹੋ ਗਿਆ। ਕਮਜ਼ੋਰ ਦੀ ਨਿਸ਼ਾਨੀ ਕੀ ਹੁੰਦੀ ਹੈ? ਉਹ ਡਰ ਕੇ ਰਹਿੰਦਾ। ਹੁਣ ਸੰਸਾਰ ਦੇ ਵਿੱਚ ਆਪਾਂ ਸਾਰੇ ਡਰ ਕੇ ਰਹਿੰਦੇ ਹਾਂ। ਸਾਨੂੰ ਸਾਰਿਆਂ ਨੂੰ ਇਹ ਆ ਵੀ ਕਿਤੇ ਮੌਤ ਨਾ ਆ ਜਾਏ। ਤੇ ਮਹਾਰਾਜ ਸਮਝਾਉਂਦੇ ਆ, ਕਹਿੰਦੇ ਜਿਸ ਮਰਨੇ ਸੇ ਜਗ ਡਰੇ, ਮੇਰੇ ਮਨ ਆਨੰਦ। ਕਹਿੰਦੇ ਮਰਨੇ ਹੀ ਤੇ ਪਾਈਏ ਪੂਰਮ ਪਰਮਾਨੰਦ। ਗੱਲ ਤਾਂ ਸਾਰੀ ਮੌਤ ਤੇ ਖੜੀ ਹੈ। ਹੁਣ ਸੰਸਾਰ ਦੇ ਵਿੱਚ ਆਪਾਂ ਆਏ ਹਾਂ, ਆਪਾਂ ਜਾਣਾ ਹੈ ਸੰਸਾਰ ਦੇ ਵਿੱਚੋਂ, ਕਿਉਂਕਿ ਆਏ ਹਾਂ ਜਾਣਾ ਹੈ। ਇਹ ਤਮਾਸ਼ਾ ਹੈ। ਇਹ ਤਮਾਸ਼ੇ ਦੇ ਵਿੱਚੋਂ ਜਿਹੜਾ ਤਾਂ ਜਿੱਤ ਕੇ ਜਾਏਗਾ ਤੇ ਉਹਦਾ ਦਰਗਾਹ ਦੇ ਵਿੱਚ ਸਨਮਾਨ ਹੋਏਗਾ, ਤੇ ਜਿਹੜਾ ਇਸ ਤਮਾਸ਼ੇ ਦੇ ਵਿੱਚ ਸੰਸਾਰ ਦੇ ਵਿੱਚ ਲਿਵ ਜੋੜ ਲਏਗਾ ਉਹਦਾ ਨੁਕਸਾਨ ਹੋਏਗਾ। ਹੁਣ ਜਿੰਨਾ ਚਿਰ ਮਨ ਸਾਡਾ ਅੰਤਰਮੁਖੀ ਨਹੀਂ ਹੁੰਦਾ, ਅੰਦਰ ਦੀ ਖੋਜ ਨਹੀਂ ਕਰਦਾ, ਉਹਨਾਂ ਚਿਰ ਸਾਨੂੰ ਸਾਡਾ ਜੋ ਆਉਣ ਜਾਣ ਦਾ ਗੇੜ ਹੈ ਉਹ ਖਤਮ ਨਹੀਂ ਹੁੰਦਾ। ਮਨ ਜਿੰਨਾ ਚਿਰ ਨਾਮ 'ਚ ਨਹੀਂ ਸਮਾਉਂਦਾ। ਤੇ ਮਹਾਰਾਜ ਸਮਝਾਉਂਦੇ, ਕਹਿੰਦੇ ਜੋਤੀ ਜੋਤ ਰਲੀ, ਕਿਉਂਕਿ ਮਨ ਵੀ ਜੋਤ ਰੂਪ ਹੈ, ਤੇ ਜਿਹੜਾ ਨਾਮ ਸਾਡੇ ਅੰਦਰ ਚੱਲਦਾ ਹੈ, ਇਹ ਜੋਤ ਜਿੰਨਾ ਚਿਰ ਜਾ ਕੇ ਉਸ ਮਾਲਕ ਪ੍ਰਕਾਸ਼ ਦੇ ਵਿੱਚ ਸਮਾਉਂਦੀ ਨਹੀਂ, ਉਹਨਾਂ ਚਿਰ ਸਾਡਾ ਸੰਸਾਰ 'ਚ ਆਉਣ ਦਾ ਪੂਰਾ ਜਿਹੜਾ ਕਰਮ ਹੈ ਉਹ ਹੁੰਦਾ ਨਹੀਂ। ਮਹਾਰਾਜ ਸਮਝਾਉਂਦੇ, ਕਹਿੰਦੇ ਜੋਤੀ ਜੋਤ ਰਲੀ ਸੰਪੂਰਨ ਥੀਆ ਰਾਤ। ਹੁਣ ਆਪਾਂ ਖੋਜ ਕਰਨੀ ਹੈ ਆਪਣੀ ਗੁਰਮੰਤਰ ਦਾ ਅਭਿਆਸ ਕਰਕੇ। ਕਿਉਂਕਿ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਨੇ ਸਾਨੂੰ ਜਿਹੜੀ ਭਗਤੀ ਦੱਸੀ ਹੈ, ਸਰੀਰ ਨੂੰ ਕਸ਼ਟ ਦੇਣ ਦੀ ਨਹੀਂ। ਹੁਣ ਬਹੁਤ ਸਾਰੇ ਗਰੀਬ ਐਸੇ ਗੁਰਮੁਖ ਆ ਸੰਸਾਰ ਦੇ ਵਿੱਚ ਕਿ ਉਹ ਸਰੀਰ ਨੂੰ ਕਸ਼ਟ ਦਿੰਦੇ ਨੇ। ਜੇ ਸਰੀਰ ਨੂੰ ਕਸ਼ਟ ਦੇਵਾਂਗੇ ਉਹ ਭਗਤੀ ਨਹੀਂ ਹੈਗੀ। ਕਿਉਂਕਿ ਗੁਰੂ ਨਾਨਕ ਪਾਤਸ਼ਾਹ ਨੇ ਤਾਂ ਸਾਨੂੰ ਸਿੱਧੀ ਭਗਤੀ ਦੱਸੀ ਹੈ, ਸੌਖੀ ਭਗਤੀ ਦੱਸੀ ਹੈ। ਪੁਰਾਤਨ ਸਮਿਆਂ ਦੇ ਵਿੱਚ ਸੰਸਾਰ ਦੇ ਵਿੱਚ ਮਨੁੱਖ ਕੀ ਕਰਦੇ ਸੀ? ਸਰੀਰ ਨੂੰ ਕਸ਼ਟ ਦਿੰਦੇ ਸੀ। ਕਦੀ ਅੱਗ ਬਾਲ ਲੈਂਦੇ ਸੀ, ਆਲੇ ਦੁਆਲੇ ਵਿੱਚ ਬਹਿ ਜਾਂਦੇ ਸੀ, ਕਦੀ ਬਾਲ ਪੁੱਠੇ ਬੰਨ੍ਹ ਲੈਂਦੇ ਸੀ, ਕਦੀ ਕਿਸੇ ਤਰੀਕੇ ਨਾਲ ਇਹ ਸਰੀਰ ਨੂੰ ਕਸ਼ਟ ਦਿੰਦੇ ਸੀ। ਸਰੀਰ ਨੂੰ ਕਸ਼ਟ ਦੇਵਾਂਗੇ ਤੇ ਮਨ ਨੇ ਸਰੀਰ ਨੂੰ ਛੱਡਣਾ ਨਹੀਂ, ਜਿੰਨਾ ਮਰਜ਼ੀ ਦੇਈ ਚਲੀਏ। ਹੁਣ ਆਪਾਂ ਚੌਂਕੜਾ ਮਾਰਨਾ, ਰੀੜ੍ਹ ਦੀ ਹੱਡੀ ਸਿੱਧੀ ਕਰਨੀ, ਆਪਣੀ ਸਿਰ ਸਿੱਧਾ ਰੱਖ ਕੇ ਗੁਰਮੰਤਰ ਦਾ ਅਭਿਆਸ ਕਰਨਾ, ਆਪਣੀ ਹੀ ਆਵਾਜ਼ ਨੂੰ ਸੁਣਨਾ ਹੈ। ਜ਼ੁਬਾਨ ਨਾਲ ਬੋਲਣਾ ਹੈ, ਕੰਨਾਂ ਨਾਲ ਆਪਾਂ ਸੁਣਨਾ ਹੈ। ਜਦੋਂ ਆਪਾਂ ਆਪਣੀ ਆਵਾਜ਼ ਨੂੰ ਸੁਣਾਂਗੇ ਤੇ ਮਨ ਸਾਡਾ ਕੀ ਆ, ਬਾਹਰੋਂ ਜਿਹੜਾ ਸੰਸਾਰ ਦੇ ਵਿੱਚ ਖਿਲਰਿਆ ਹੋਇਆ ਆ, ਬਿਖਰਿਆ ਹੋਇਆ ਆ, ਇਹ ਮੋਹ ਮਾਇਆ 'ਚ ਫਸਿਆ ਹੋਇਆ, ਇੱਧਰੋਂ ਟੁੱਟਣਾ ਸ਼ੁਰੂ ਹੋਏਗਾ।
ਮਨ ਅੰਤਰਮੁਖੀ ਹੋਏਗਾ, ਆਪਦੇ ਘਰ ਆ ਕੇ ਬੈਠੇਗਾ। ਜਿਉਂ ਬਾਹਰੋਂ ਮਨ ਟੁੱਟੇਗਾ, ਕਿਉਂਕਿ ਹੁਣ ਸਾਡਾ ਧਿਆਨ ਬਾਹਰ ਲੱਗਾ ਹੋਇਆ ਹੈ। ਜਦੋਂ ਬਾਹਰ ਧਿਆਨ ਲੱਗਾ ਹੋਇਆ, ਬਾਹਰ ਸਾਰੀ ਅੱਗ ਹੈ, ਮਾਇਆ ਹੈ, ਅਤੇ ਮਾਇਆ ਵਿੱਚ ਇਹ ਦੁਖੀ ਹੁੰਦਾ। ਜਦੋਂ ਮਾਇਆ ਨੂੰ ਛੱਡਦਾ, ਅੰਦਰ ਬਹਿੰਦਾ ਆਣ ਕੇ, ਉਦੋਂ ਹੀ ਮਨ ਸਾਡਾ ਸੁਖੀ ਹੋਣ ਲੱਗ ਪੈਂਦਾ ਹੈ। ਜਦੋਂ ਆਪਾਂ ਗੁਰਮੰਤਰ ਦਾ ਅਭਿਆਸ ਕਰਦੇ ਹਾਂ, ਜਦੋਂ ਆਪਾਂ ਬਾਹਰੋਂ ਜ਼ੁਬਾਨ ਦੇ ਨਾਲ ਬੋਲਾਂਗੇ, ਕੰਨਾਂ ਨਾਲ ਸੁਣਾਂਗੇ, ਜ਼ੁਬਾਨ ਵਕਤਾ ਬਣੇ, ਕੰਨ ਸਰੋਤੇ ਬਣ। ਜਦੋਂ ਜ਼ੁਬਾਨ ਦੇ ਨਾਲ ਬੋਲਾਂਗੇ, ਕੰਨਾਂ ਦੇ ਨਾਲ ਸੁਣਾਂਗੇ, ਅਤੇ ਬਾਹਰੋਂ ਮਨ ਟੁੱਟ ਕੇ ਸਾਡੇ ਅੰਤਰਮੁਖੀ ਆਏਗਾ। ਅੰਦਰ ਜਦੋਂ ਆਏਗਾ, ਇਸ ਨੂੰ ਸੁੱਖ ਮਹਿਸੂਸ ਹੋਏਗਾ। ਜਿਸ ਤਰ੍ਹਾਂ ਇੱਕ ਕੋਈ ਮਨੁੱਖ ਦਰਿਆਵੀ ਕਾਰਜ ਕਰਦਾ ਹੋਵੇ, ਸਵੇਰੇ ਚਲੇ ਜਾਂਦਾ ਕੰਮ ਤੋਂ, ਸ਼ਾਮਾਂ ਨੂੰ ਠੱਕਾ ਟੁੱਟਾ ਘਰ ਆਉਂਦਾ। ਜਦੋਂ ਘਰ ਆ ਕੇ ਪਾਣੀ ਪੂਣੀ ਪੀਂਦਾ, ਰੈਸਟ ਕਰਦਾ, ਅਤੇ ਉਹਨੂੰ ਸੁੱਖ ਪ੍ਰਾਪਤ ਹੁੰਦਾ ਹੈ। ਇਸੇ ਤਰ੍ਹਾਂ ਮਨ ਜਿਹੜਾ ਆ, ਇਹ ਹੁਣ ਤੋਂ ਬਾਹਰਲੀ ਭਗਤੀ ਕਰੀ ਜਾਂਦਾ, ਸੰਸਾਰ ਦੀ ਲੋਕ ਲੱਜਾ 'ਚ ਫਸਿਆ ਆ, ਅਤੇ ਸੰਸਾਰ ਦੀ ਵਡਿਆਈ ਜਿਹੜੀ ਹੈ ਸਾਡੇ ਨਾਲ ਨਹੀਂ ਜਾਣੀ। ਕਿਉਂਕਿ ਮਹਾਰਾਜ ਕਹਿੰਦੇ, ਇਸ ਜਗਤ ਮੈਂ ਦੇਖੀ ਝੂਠੀ ਪ੍ਰੀਤ। ਇਹ ਝੂਠੀ ਪ੍ਰੀਤ ਸੰਸਾਰ ਦੇ ਵਿੱਚ, ਚਾਹੇ ਜਿੰਨੀ ਮਰਜ਼ੀ ਸਾਡੀ ਕੋਈ ਉਸਤਕ ਕਰੀ ਚਲੇ, ਇਹ ਨਹੀਂ ਨਾਲ ਨਿਭਣੀ। ਉਸਤਕ ਨਿੰਦਾ ਦੋਏ ਤਿਆਗੋ, ਖੋਜੋ ਪਦ ਨਿਰਵਾਨਾ। ਇਹ ਛੱਡਣੀ ਆ ਦੋਨੇ ਹੀ, ਉਸਤਕ ਵੀ ਛੱਡ ਦੇਣੀ, ਨਿੰਦਿਆ ਵੀ ਛੱਡ ਦੇਣੀ ਆ। ਜਿੰਨਾ ਚਿਰ ਮਾਲਕ ਨਾਲ ਮਿਲਾਪ ਨਹੀਂ ਹੋਇਆ, ਉਹਨਾਂ ਚਿਰ ਅਸੀਂ ਟੇਕ ਕੇ ਬਹਿਣਾ ਨਹੀਂ। ਅਤੇ ਇਸੇ ਤਰ੍ਹਾਂ ਜਦੋਂ ਅਸੀਂ ਆਪਣੀ ਆਵਾਜ਼ 'ਤੇ ਧਿਆਨ ਰੱਖਦੇ ਹਾਂ, ਸਾਡੀ ਜਿਹੜੀ ਆਵਾਜ਼ 'ਤੇ ਧਿਆਨ ਸਾਡਾ ਆਉਂਦਾ, ਮਨ ਜਿਹੜਾ ਸੂਖਮ ਹੈ, ਇਹ ਜਦੋਂ ਆ ਕੇ ਗੁਰਮੰਤਰ ਦੀ ਆਵਾਜ਼ ਸੁਣਦਾ, ਇਹ ਆਪਣੇ ਘਰ ਆ ਕੇ ਬਹਿ ਜਾਂਦਾ, ਅਤੇ ਘਰ ਇਹਨੂੰ ਸੁੱਖ ਮਹਿਸੂਸ ਹੁੰਦਾ। ਅਤੇ ਹੌਲੀ ਹੌਲੀ ਆਪਾਂ ਗੁਰਮੰਤਰ ਦਾ ਅਭਿਆਸ ਕਰਦੇ ਕਰਦੇ ਸੌਣਾ ਹੀ ਹੈ। ਕਿਉਂਕਿ ਜਦੋਂ ਅਸੀਂ ਗੁਰਮੰਤਰ ਦਾ ਅਭਿਆਸ ਕਰਦੇ, ਸਾਨੂੰ ਨੀਂਦ ਆਉਣ ਲੱਗ ਪੈਂਦੀ ਹੈ, ਅਤੇ ਮਨ ਜਿਹੜਾ ਇਹ ਸਰੀਰ ਤੋਂ ਅਲੱਗ ਹੋ ਜਾਂਦਾ ਹੈ, ਸੁੰਨ ਵਿੱਚ ਚਲੇ ਜਾਂਦਾ ਹੈ। ਇਹਨੂੰ ਬਾਰ-ਬਾਰ ਜਦੋਂ ਆਪਾਂ ਸੁੰਨ 'ਚ ਬਿਠਾਵਾਂਗੇ, ਫਿਰ ਇਹ ਜਦੋਂ ਸੁੰਨ 'ਚ ਬਹਿਣ ਦਾ ਆਦੀ ਹੋਏਗਾ, ਇੱਥੇ ਇਹਨੂੰ ਸੁੱਖ ਮਿਲੇਗਾ। ਕਿਉਂਕਿ ਮਹਾਰਾਜ ਕਹਿੰਦੇ, ਸੁੱਖ ਨਾ ਹੀ ਬਹੁਤੇ ਧਨ ਖਾਟੇ। ਸੰਸਾਰ ਦੇ ਵਿੱਚ ਜਿੰਨਾ ਮਰਜ਼ੀ ਧਨ ਕਮਾ ਲਓ, ਸੰਸਾਰ ਦੇ ਵਿੱਚ ਸੁੱਖ ਹੀ ਨਹੀਂ ਹੈਗਾ। ਅਤੇ ਜਦੋਂ ਅਸੀਂ ਇਹਨੂੰ ਸਿਮਰਨ ਕਰਕੇ, ਇਹਨੂੰ ਲਿਆ ਕੇ ਅੰਤਰਮੁਖੀ ਕਰਾਂਗੇ, ਅੰਦਰ ਬਿਠਾ ਲਾਂਗੇ, ਆਪਣੇ ਘਰ ਦੇ ਵਿੱਚ ਬਿਠਾ ਲਾਂਗੇ, ਆਪਦੇ ਘਰ ਦੇ ਵਿੱਚ ਇਹ ਸੁਖੀ ਹੋਏਗਾ। ਜਦੋਂ ਇਹ ਮਨ ਸੁਖੀ ਹੋਏਗਾ, ਅਤੇ ਕਰਮ ਇੰਦਰੀਆਂ ਜਿਹੜੀਆਂ ਸਾਡੀਆਂ, ਗਿਆਨ ਇੰਦਰੀਆਂ, ਸਾਡਾ ਸਰੀਰ ਵਾ, ਇਹ ਆਪਾਂ ਬਿਲਕੁਲ ਢਿੱਲਾ ਛੱਡ ਦੇਣਾ, ਇਸ ਨੂੰ ਕੱਸਣਾ ਨਹੀਂ। ਜਦੋਂ ਅਸੀਂ ਗੁਰਮੰਤਰ ਦਾ ਅਭਿਆਸ ਕਰਨਾ, ਸਰੀਰ ਨੂੰ ਬਿਲਕੁਲ ਢਿੱਲਾ ਛੱਡ ਦੇਣਾ ਆ, ਅਤੇ ਵਾਹਿਗੁਰੂ ਮੰਤਰ ਦਾ ਜਾਪ ਕਰਨਾ ਹੈ। ਜਿਉਂ-ਜਿਉਂ ਆਪਾਂ ਜਾਪ ਕਰਾਂਗੇ, ਮਨ ਅੰਦਰ ਬੈਠੇਗਾ ਆਣ ਕੇ, ਅਤੇ ਸਰੀਰ ਸਾਡਾ ਰਿਲੈਕਸ ਹੋਏਗਾ। ਮਨ ਜਦੋਂ ਸਾਡਾ ਅੰਤਰਮੁਖੀ ਹੋਏਗਾ, ਆਪਦੇ ਘਰ ਵਿੱਚ ਜਾਏਗਾ, ਜਦੋਂ ਬਾਰ-ਬਾਰ ਘਰ 'ਚ ਬੈਠੇਗਾ, ਉੱਥੋਂ ਹੀ ਨਾਮ ਪ੍ਰਗਟ ਹੋ ਜਾਂਦਾ ਹੈ। ਮਾਲਕ ਕਿਰਪਾ ਕਰ ਦਿੰਦੇ ਨੇ। ਕਿਉਂਕਿ ਪਰਮਾਤਮਾ ਦੇਖਦਾ ਬੱਚੇ ਦੀ ਤੜਫ ਕਿੰਨੀ ਆ, ਅਤੇ ਬੱਚੇ ਨੇ ਸਵਾਸ ਕਿੰਨੇ ਜਮ੍ਹਾਂ ਕਰਾਏ ਆ। ਕਿਉਂਕਿ ਜਦੋਂ ਇਸ ਦਰਿਆਵੀ ਤੌਰ 'ਤੇ ਕੋਈ ਚੀਜ਼ ਲੈਣੀ ਹੋਵੇ, ਅਤੇ ਆਪਾਂ ਦੁਕਾਨ ਦੇ ਉੱਤੇ ਜਾ ਕੇ ਉਹਦੇ ਪੈਸੇ ਦੇਈਦੇ ਉਹਦੇ ਬਰਾਬਰ, ਵੀ ਜੇ ਕੋਈ ਆਪਾਂ ਚੀਜ਼ ਲੈਣੀ ਹੋਵੇ, ਚਾਹੇ ਕੋਈ ਵੀ। ਹੁਣ ਜੇ ਆਪਾਂ ਨਾਮ ਧਨ ਲੈਣਾ ਹੈ ਆਪਣੇ ਅੰਦਰੋਂ, ਕਿਉਂਕਿ ਨਾਮ ਤਾਂ ਕੋਈ ਦੇ ਨਹੀਂ ਸਕਦਾ। ਨਾਮ ਰਮੋਲਕ ਰਤਨ ਹੈ, ਪੂਰੇ ਸਤਿਗੁਰ ਪਾਸ, ਸਤਿਗੁਰ ਸੇਵੇ ਲੱਗਿਆ, ਕੱਢ ਰਤਨ ਦੇਵੇ ਪ੍ਰਗਾਸ। ਹੁਣ ਜੇ ਆਪਾਂ ਨਾਮ ਲੈਣਾ ਆ, ਅਤੇ ਨਾਮ ਲੈਣ ਵਾਸਤੇ ਸਾਨੂੰ ਪਹਿਲਾਂ ਸਵਾਸ ਜਮ੍ਹਾਂ ਕਰਾਉਣੇ ਪੈਣੇ ਮਾਲਕ ਦੇ ਖਜ਼ਾਨੇ ਵਿੱਚ। ਹੁਣ ਕਿਹੜਾ ਐਸਾ ਸਟੋਰ ਹੈ ਜਿੱਥੇ ਆਪਾਂ ਸਵਾਸ ਜਮ੍ਹਾਂ ਕਰਾਉਣੇ ਆ? ਆਹ ਸਵਾਸ ਅੰਦਰ ਜਾਂਦਾ, ਬਾਹੇ ਬੋਲਣਾ, ਸਵਾਸ ਗਗਨ ਹੋ ਗਿਆ, ਗੁਰੂ ਦੀ ਆਵਾਜ਼ ਦੇਣੀ ਹੈ। ਆਹ ਸਾਹਮਣੇ ਖਾਲੀ ਖਲਾਸ ਜਮ੍ਹਾਂ ਹੋ ਜਾਂਦਾ, ਇੱਥੇ ਸਾਰਾ ਪਰਮਾਤਮਾ ਹੀ ਪਰਮਾਤਮਾ ਹੈ। ਹੁਣ ਜਦੋਂ ਸਵਾਸ ਇੱਥੇ ਜਮ੍ਹਾਂ ਹੁੰਦੇ ਆਣ ਕੇ, ਅਤੇ ਮਾਲਕ ਦੇਖਦਾ ਵੀ ਇਹ ਸਵਾਸ ਇਹਦੇ ਨਾਮ ਦੇ ਬਰਾਬਰ ਹੋ ਗਿਆ, ਮਾਲਕ ਨਾਮ ਦੇ ਦਿੰਦਾ। ਜਿਸ ਤਰ੍ਹਾਂ ਦਰਿਆਵੀ ਤੌਰ 'ਤੇ ਆਪਾਂ ਦੇਖਦੇ ਹਾਂ, ਆਪਾਂ ਕਾਰਜ ਕਰਦੇ ਹਾਂ, ਕੰਮ ਆਪਾਂ ਕੋਈ ਵੀ ਕਰਦੇ ਹਾਂ, ਜਿੰਨਾ ਆਪਾਂ ਕੰਮ ਕਰਦੇ ਉਹਦੇ ਸਾਨੂੰ ਬਰਾਬਰ ਦੇ ਪੈਸੇ ਮਿਲ ਜਾਂਦੇ ਆ। ਇਸੇ ਤਰ੍ਹਾਂ ਜਿੰਨਾ ਆਪਾਂ ਬੰਦਗੀ ਕਰਾਂਗੇ, ਸਾਡੇ ਸਵਾਸ ਜਮ੍ਹਾਂ ਹੋ ਕੇ ਸਾਡੇ ਅੰਦਰ ਨਾਮ ਪ੍ਰਗਟ ਹੋ ਜਾਣਾ। ਉਦੋਂ ਜਦੋਂ ਨਾਮ ਪ੍ਰਗਟ ਹੋ ਗਿਆ, ਫਿਰ ਆਪਾਂ ਸੁਰਤ ਨੂੰ ਨਾਮ ਦੇ ਨਾਲ ਜੋੜਨਾ ਹੈ। ਜਿਹਨੂੰ ਮਹਾਰਾਜ ਗੁਰਬਾਣੀ ਗੁਰੂ ਵਿੱਚ ਸਮਝਾਉਂਦੇ ਆ, ਕਹਿੰਦੇ ਸ਼ਬਦ ਗੁਰੂ ਸੁਰਤ ਧੁਨ ਚੇਲਾ। ਕਿਉਂਕਿ ਪਹਿਲਾਂ ਪਾਉਣ ਦੇ ਸ਼ਬਦ ਚੱਲਦੇ ਆ, ਫਿਰ ਉਹ ਸ਼ਬਦ ਚੱਲ ਕੇ ਪਾਉਣ ਦੇ, ਅਤੇ ਗਾਹਾਂ ਜਾ ਕੇ ਫਿਰ ਉਹੀ ਜਿਹੜੇ ਸ਼ਬਦ ਹੈ, ਫਿਰ ਉਹੀ ਸ਼ਬਦ ਜਾ ਕੇ ਇੱਕ ਬਣ ਜਾਂਦਾ ਅੱਗੇ ਜਾ ਕੇ। ਪਹਿਲਾਂ ਕਈ ਸ਼ਬਦਾਂ ਦੀ ਆਵਾਜ਼ ਆਉਂਦੀ ਕੰਨਾਂ ਵਿੱਚ ਆਪਣੇ, ਫਿਰ ਗਾਹਾਂ ਜਾ ਕੇ ਜਿਹੜਾ ਉਹ ਸ਼ਬਦ ਹੈ, ਉਹ ਇੱਕ ਰੂਪ ਧਾਰਨ ਕਰ ਲੈਂਦਾ। ਉਸ ਨੂੰ ਹੀ ਸਹਿਜ ਧੁਨ ਕਿਹਾ ਗਿਆ ਹੈ। ਜਦੋਂ ਆਪਾਂ ਸਹਿਜ ਧੁਨ ਦੇ ਵਿੱਚ ਧਿਆਨ ਲਾਉਂਦੇ ਹਾਂ, ਵਿਚਾਰਾਂ ਤੋਂ ਉੱਪਰ ਉੱਠ ਕੇ, ਕਿਉਂਕਿ ਆਪਾਂ ਸੰਸਾਰ ਦੇ ਵਿੱਚ ਕਿਸੇ ਦੀ ਗੱਲ ਸੁਣਨੀ ਹੋਵੇ, ਅਤੇ ਉਹ ਦੂਸਰੇ ਬੰਦੇ ਨੂੰ ਕਹਿੰਦੇ, ਭਾਈ ਤੂੰ ਨਾ ਵਿੱਚ ਬੋਲੀ, ਪਹਿਲਾਂ ਮੇਰੀ ਗੱਲ ਪੂਰੀ ਹੋਣ ਦੇ। ਇਸੇ ਤਰ੍ਹਾਂ ਮਾਲਕ ਹੈ, ਜਦੋਂ ਮਾਲਕ ਦੀ ਆਵਾਜ਼ ਨੂੰ ਆਪਾਂ ਅੰਦਰੋਂ ਸੁਣਨਾ, ਸੰਸਾਰ ਦਾ ਆਪਾਂ ਵਿਚਾਰ ਨਹੀਂ ਆਉਣ ਦੇਣਾ ਕੋਈ ਮਨ ਨੂੰ। ਜਦੋਂ ਆਪਾਂ ਸਿਮਰਨ ਕਰਦੇ ਹਾਂ, ਸੰਸਾਰ ਦੇ ਵਿਚਾਰ ਬੰਦ ਹੋ ਜਾਂਦੇ ਆ, ਮਨ ਮਾੜਾ ਮਾੜਾ ਜਾਗਤ ਅਵਸਥਾ 'ਚ ਹੁੰਦਾ ਹੈ। ਉਦੋਂ ਆਪਾਂ ਜਾ ਕੇ ਮਨ ਨੂੰ ਸਹਿਜ ਧੁਨ ਨਾਲ ਜੋੜ ਦੇਣਾ, ਉਸ ਧੁਨ ਦੇ ਨਾਲ। ਜਦੋਂ ਮਨ ਸਾਡਾ ਉਸ ਧੁਨ ਨਾਲ ਜੁੜੇਗਾ, ਸਰੀਰ ਨੂੰ ਆਪਾਂ ਢਿੱਲਾ ਛੱਡ ਦੇਣਾ, ਨਾਮ ਨੂੰ ਸੁਣੀ ਜਾਣਾ, ਉੱਥੋਂ ਸਾਡੀ ਭਗਤੀ ਸ਼ੁਰੂ ਹੁੰਦੀ ਹੈ। ਜਦੋਂ ਆਪਾਂ ਨਾਮ ਨੂੰ ਸੁਣਾਂਗੇ, ਉਸੇ ਨਾਮ ਦੇ ਵਿੱਚੋਂ ਅੰਮ੍ਰਿਤ ਰਸ ਨਿਕਲਦਾ ਹੈ। ਜਿਹੜਾ ਅੰਮ੍ਰਿਤ ਆਪਾਂ ਬਾਹਰੋਂ ਪੰਜਾਂ ਪਿਆਰਿਆਂ ਕੋਲ ਛਕਦੇ ਹਾਂ,
ਉਹੀ ਅੰਮ੍ਰਿਤ ਆਪਣੇ ਅੰਦਰ ਆ, ਜਿਹਨੂੰ ਮਹਾਰਾਜ ਸਮਝਾਉਂਦੇ ਅੰਤਰ ਖੂਟਾ ਅੰਮ੍ਰਿਤ ਭਰਿਆ, ਸ਼ਬਦੀ ਖਾੜ ਪੀਏ ਬਲਿਹਾਰੀ, ਵੀ ਸ਼ਬਦ ਨਾਲ ਕੱਢ ਕੇ ਪੀਵੋ। ਜਦੋਂ ਸਾਡੀ ਸੁਰਤ ਅੰਦਰ ਜਾ ਕੇ ਨਾਮ ਨਾਲ ਜੁੜ ਕੇ ਨਾਮ ਦੇ ਵਿੱਚੋਂ ਅੰਮ੍ਰਿਤ ਆਉਣ ਲੱਗ ਪੈਣਾ, ਆਪਣੇ ਮੁਖ ਤੇ ਅੰਮ੍ਰਿਤ ਆਉਣ ਲੱਗ ਪੈਣਾ, ਤੇ ਮੁਖ ਜਿਹੜਾ ਆ ਇਹ ਅੰਮ੍ਰਿਤਮਈ ਆਪਣੇ ਬਚਨ ਹੋਣ ਲੱਗ ਪੈਣੇ ਆ। ਮਨ ਦੀ ਖੁਰਾਕ ਹੈ ਅੰਮ੍ਰਿਤ, ਜਿਹੜਾ ਅੰਮ੍ਰਿਤ ਹੈ ਉਹ ਮਨ ਦੀ ਖੁਰਾਕ ਹੈ। ਤੇ ਜਦੋਂ ਅਸੀਂ ਨਾਮ ਨੂੰ ਸੁਣਾਂਗੇ ਸਹਿਜ ਸੁਭਾਏ ਆਪਾਂ ਬਸ ਸਰੀਰ ਨੂੰ ਢਿੱਲਾ ਰੱਖ ਕੇ ਨਾਮ ਨੂੰ ਸੁਣੀ ਜਾਣਾ ਲਗਾਤਾਰ। ਉਹੀ ਦਰ ਹੈ ਪਰਮਾਤਮਾ ਦਾ। ਉੱਥੋਂ ਮਾਲਕ ਨੇ ਸਾਨੂੰ ਨਾਮ ਸੁਣਾ ਕੇ ਸਾਡਾ ਮਨ ਬਲਵਾਨ ਕਰਕੇ ਸਹਿਜ ਸੁਭਾਏ ਆਪਾਂ ਸਰੀਰ ਨੂੰ ਛੱਡ ਕੇ ਆਪਦੇ ਘਰ ਵਿੱਚ ਪ੍ਰਵੇਸ਼ ਹੋ ਜਾਣਾ, ਚੌਥੇ ਪਦ ਵਿੱਚ, ਜਿੱਥੇ ਮਾਲਕ ਸਾਡੇ ਸਦਾ ਪ੍ਰਕਾਸ਼ ਹੀ ਪ੍ਰਕਾਸ਼ ਹੈ। ਤੇ ਇਸੇ ਕਰਕੇ ਆਪਾਂ ਫਿਰ ਅੱਗੇ ਜਾ ਕੇ ਜੋ ਪ੍ਰਕਾਸ਼ ਹੈ ਫਿਰ ਆਪਾਂ ਉਹਦੇ ਵਿੱਚ ਧਿਆਨ ਲਾਉਣਾ, ਉਹਨੂੰ ਦੇਖਣਾ। ਉੱਥੇ ਜਾ ਕੇ ਨਾਮ ਵੀ ਬੰਦ ਹੋ ਜਾਂਦਾ ਹੈ ਜਦੋਂ ਆਪਾਂ ਨਾਮ ਨੂੰ ਸੁਣਦੇ ਹਾਂ, ਕਿਉਂਕਿ ਇਹ ਸਟੈਪ ਬਾਈ ਸਟੈਪ ਹੈ। ਇਹ ਜਿਹੜੀ ਗੱਲ ਤੁਹਾਨੂੰ ਕਹੀ ਹੈ, ਇਹ ਗੱਲ ਇਹ ਨਹੀਂ ਹੈਗੀ ਵੀ ਅੱਜ ਆਪਾਂ ਕਹਿ ਦਿੱਤਾ ਹੁਣੇ ਚੱਲ ਪਿਆ। ਇਹ ਸਮਾਂ ਲੱਗਦਾ, ਇਸ ਨੂੰ ਇੱਥੇ ਬੰਦਗੀ ਲੱਗਦੀ ਹੈ। ਇੱਥੇ ਦਰਿਆਵੀ ਤੌਰ ਦਾ ਧਨ ਨਹੀਂ ਲੱਗਦਾ, ਇੱਥੇ ਬੰਦਗੀ ਲੱਗਦੀ ਹੈ। ਜਦੋਂ ਅੱਗੇ ਜਾ ਕੇ ਸਾਨੂੰ ਪ੍ਰਕਾਸ਼ ਪ੍ਰਗਟ ਹੋ ਜਾਂਦਾ ਹੈ, ਸ਼ੀਸ਼ੇ ਵਾਂਗੂ ਨਰੋਲ ਪ੍ਰਕਾਸ਼, ਜਿਹੜਾ ਮਾਲਕ ਸਾਡਾ ਵਾਹਿਗੁਰੂ ਹੈ, ਤੇ ਸਾਡੀਆਂ ਅੰਦਰਲੀਆਂ ਅੱਖਾਂ ਜਿਹੜੀਆਂ ਉਹ ਦੇਖਦੀਆਂ ਉਸ ਪ੍ਰਕਾਸ਼ ਨੂੰ, ਬਾਹਰਲੀਆਂ ਅੱਖਾਂ ਨਾਲ ਸਾਡਾ ਕਨੈਕਸ਼ਨ ਹੀ ਟੁੱਟ ਜਾਂਦਾ। ਜਦੋਂ ਅੰਦਰਲੀਆਂ ਅੱਖਾਂ ਸਾਡੀਆਂ ਉਹ ਪ੍ਰਕਾਸ਼ ਨੂੰ ਦੇਖਦੀਆਂ ਆ, ਤੇ ਉਹ ਪ੍ਰਕਾਸ਼ ਸ਼ੀਸ਼ੇ ਵਾਂਗੂ ਆ, ਜਿਹਨੂੰ ਮਹਾਰਾਜ ਸਮਝਾਉਂਦੇ ਪਾਨੀ ਮਾਹੇ ਦੇਖ ਮੁਖ ਜੈਸਾ, ਨਾਮੇ ਕੋ ਸੁਆਮੀ ਬੈਠਲ ਐਸਾ। ਉਹ ਪਰਮਾਤਮਾ ਲਗਾਤਾਰ ਆਪਾਂ ਦੇਖੀ ਜਾਣਾ ਆ, ਉੱਥੇ ਆਪਾਂ ਬੈਠੇ ਰਹਿਣਾ, ਦੇਖ ਦੇਖ ਉਹਦੇ ਵਿੱਚ ਸਮਾ ਜਾਣਾ ਹੈ ਪਰਮਾਤਮਾ ਦੇ। ਤੇ ਇਸੇ ਕਰਕੇ ਗੁਰਮੁਖ ਪਿਆਰਿਓ, ਪਹਿਲਾਂ ਆਪਾਂ ਨਾਮ ਜਪਣਾ ਕਿ ਨਾਮ ਤੱਕ ਪਹੁੰਚੀਏ। ਨਾਮ ਦਾ ਪਰਵਾਨਾ ਆਪਾਂ ਲੈ ਕੇ ਦਰਗਾਹ ਤੱਕ ਪਹੁੰਚਣਾ ਹੈ। ਜਿੰਨਾ ਚਿਰ ਸਾਡੇ ਕੋਲ ਨਾਮ ਦਾ ਪਰਵਾਨਾ ਨਾ ਹੋਵੇ, ਉਹਨਾਂ ਚਿਰ ਸਾਡਾ ਜਿਹੜਾ ਮਨ ਹੈ ਛੱਡਦਾ ਨਹੀਂ ਸਰੀਰ ਨੂੰ। ਇਸ ਕਰਕੇ ਮਾਇਆ ਆਪਾਂ ਅਲੱਗ ਕਰਨੀ ਹੈ, ਤੇ ਮਨ ਜਿਹੜਾ ਸਾਡਾ ਉਹ ਅਲੱਗ ਹੈ। ਤੇ ਜਿਉਂ ਜੇ ਆਪਾਂ ਬੰਦਗੀ ਕਰਾਂਗੇ ਤੇ ਫਿਰ ਇਹ ਖੇਲ ਚੱਲਦਾ, ਨਾਲ ਹੀ ਪੰਜਾਂ ਦਾ ਖੇਲ ਵੀ ਚੱਲਦਾ, ਕਿਉਂਕਿ ਅੰਦਰੋਂ ਅੜਿੱਕਾ ਪੰਜਾਂ ਨੇ ਪਾਉਣਾ ਆ, ਪੰਜਾਂ ਨੇ ਇੱਥੇ ਤੱਕ ਪਹੁੰਚਣ ਨਹੀਂ ਦੇਣਾ। ਤੇ ਮਹਾਰਾਜ ਸਮਝਾਉਂਦੇ ਕਹਿੰਦੇ ਸੂਰਾ ਸੋ ਪਹਿਚਾਨੀਏ ਜੋ ਲੜੇ ਦੀਨ ਕੇ ਹੇਠ। ਹੁਣ ਸੂਰਮਾ ਕਿਹੜਾ ਆ? ਜਿਹੜਾ ਆਪਣੇ ਵਿਚਾਰਾਂ ਨਾਲ ਲੜੇ। ਇੱਥੇ ਬਾਹਰ ਦੀ ਗੱਲ ਨਹੀਂ, ਵਿਚਾਰਾਂ ਦੀ ਗੱਲ ਕੀਤੀ ਮਹਾਰਾਜ ਨੇ, ਕਿਉਂਕਿ ਵਿਚਾਰ ਸਾਨੂੰ ਪੰਜਾਂ ਨੇ ਸਿੱਟੀ ਜਾਣੇ ਆ। ਪਹਿਲਾਂ ਬੰਦਗੀ ਵਿੱਚ ਰੁਕਾਵਟ ਹੀ ਪਰਿਵਾਰ ਦੀ ਪੈਂਦੀ ਆਪਣੇ। ਜਦੋਂ ਆਪਾਂ ਬੰਦਗੀ ਕਰਦੇ ਹਾਂ ਪਹਿਲਾਂ ਉਲਟੀ ਪਰਿਵਾਰ ਹੋਣਾ ਹੈ। ਨਿਸ਼ਾਨੀ ਪਹਿਲੀ ਕੀ ਆ ਕਿ ਜਦੋਂ ਅਸੀਂ ਸੱਚੇ ਮਾਰਗ 'ਤੇ ਚੱਲਦੇ ਹਾਂ, ਬੰਦਗੀ ਕਰਦੇ ਹਾਂ, ਤੁਹਾਡੀ ਪਰਿਵਾਰ ਨਾਲ ਨਹੀਂ ਬਣਨੀ। ਜਿੱਦਾਂ ਪਰਿਵਾਰ ਗੁਰਮੁਖ ਹੋਇਆ ਫਿਰ ਬਣੇਗੀ, ਨਹੀਂ ਤਾਂ ਪਰਿਵਾਰ ਹੀ ਉਲਟ ਹੋ ਜਾਣਾ ਤੁਹਾਡੇ ਉਦੋਂ ਹੀ। ਕਿਉਂਕਿ ਪਰਿਵਾਰ ਦਾ ਜਿਹੜਾ ਕਰਮ ਹੈ ਉਹ ਪੰਜਾਂ ਦਾ ਚੱਲ ਰਿਹਾ ਹੈ, ਤੁਸੀਂ ਸੱਚ ਦੇ ਉੱਪਰ ਚੱਲੇ ਆ, ਤੁਹਾਡੇ ਵਿਚਾਰ ਹੀ ਨਹੀਂ ਮਿਲਣੇ। ਭਗਤਾਂ ਤੇ ਸੰਸਾਰੀਆਂ ਜੋੜ ਕੇ ਦੇਣਾ ਆਇਆ। ਉਸ ਤੋਂ ਬਾਅਦ ਤੁਹਾਡੀ ਰਿਸ਼ਤੇਦਾਰਾਂ ਟੁੱਟਣੀ ਆ, ਕਿਉਂਕਿ ਰਿਸ਼ਤੇਦਾਰ ਜਿਹੜੇ ਆ ਉਹ ਮੋਹ ਮਾਇਆ 'ਚ ਫਸੇ ਹੁੰਦੇ ਆ। ਜਿਹੜੇ ਮਨ ਜਾਗੇ ਉਹ ਤੁਹਾਡੀ ਉਹਨਾਂ ਤਾਲਮੇਲ ਬੈਠੇਗੀ, ਜਿਹੜਾ ਮਨ ਜਾਗਿਆ ਨਹੀਂ ਤੁਹਾਡੀ ਉਹਨਾਂ ਤਾਲਮੇਲ ਨਹੀਂ ਬੈਠੇਗੀ। ਜਿੰਨਾ ਚਿਰ ਤਾਲਮੇਲ ਨਹੀਂ ਬੈਠੇਗੀ ਤੁਹਾਨੂੰ ਚੰਗਾ ਨਹੀਂ ਕਿਸੇ ਨੇ ਕਹਿਣਾ। ਆਪਾਂ ਸੰਸਾਰ ਦੀ ਵਡਿਆਈ 'ਚ ਲੈਣਾ ਵੀ ਕੀ ਹੈ? ਆਪਾਂ ਨਿਰੰਕਾਰ ਦੀ ਵਡਿਆਈ 'ਚ ਲੈਣਾ। ਪੰਜਾਂ ਨੇ ਜ਼ੋਰ ਮਾਰਨਾ, ਬਾਹਰ ਸਾਰੇ ਘੇਰਾਬੰਦੀ 'ਚ ਫਸੇ ਹੋਏ ਪੰਜਾਂ ਦੀ 'ਚ, ਜਿਹੜੇ ਪੰਜਾਂ ਦੀ ਘੇਰਾਬੰਦੀ ਕੀਤੀ ਹੋਈ ਆ, ਮਨ ਸਾਰੇ ਫਸੇ ਹੋਏ ਆ। ਤੇ ਜਦੋਂ ਵੀ ਆਪਾਂ ਇਸ ਮਾਰਗ 'ਤੇ ਚੱਲਦੇ ਉਹਨਾਂ ਨੂੰ ਚੰਗਾ ਨਹੀਂ ਲੱਗਦਾ ਇਹ। ਹੁਣ ਵੀ ਤੁਸੀਂ ਦੇਖ ਲਓ ਦਰਿਆਵੀ ਤੌਰ 'ਤੇ, ਜੇ ਕੋਈ ਬੰਦਗੀ ਕਰਦਾ ਉਹਨੂੰ ਪਾਗਲ ਕਹਿੰਦੇ ਨੇ ਲੋਕੀ, ਜੇ ਕੋਈ ਠੇਕੇ ਨੂੰ ਜਾਂਦਾ ਉਹਨੂੰ ਕਹਿੰਦੇ ਤਾਂ ਬੰਦਾ ਹੀ ਬਹੁਤ ਵਧੀਆ। ਸ਼ਰਾਬ ਦੀ ਗੱਲ ਛੇੜ ਲਓ ਸਾਰੇ ਉਸ ਤੱਕ ਕਰਨਗੇ, ਕਿਤੇ ਮਾਲਕ ਦੀ ਗੱਲ ਛੇੜ ਲਓ ਉੱਥੇ ਖੜਾ ਹੋਣੀ ਸ਼ੁਰੂ ਹੋ ਜਾਊ, ਕਿਉਂਕਿ ਸੱਚ ਦੀ ਗੱਲ ਹੈ। ਸੱਚ ਸੁਣਨ ਵਾਸਤੇ ਕੋਈ ਤਿਆਰ ਨਹੀਂ। ਜੇ ਭਾਈ ਤੁਸੀਂ ਕਿਸੇ ਨੂੰ ਕੋਲੋਂ ਭਜਾਉਣਾ ਹੋਵੇ, ਉੱਥੇ ਮਾਲਕ ਦੀ ਗੱਲ ਛੇੜ ਲਓ, ਅਗਲਾ ਆਪੇ ਦੌੜ ਜਾਊਗਾ, ਕਿਉਂਕਿ ਮਾਲਕ ਦੀ ਗੱਲ ਕੋਈ ਸੁਣ ਕੇ ਰਾਜੀ ਨਹੀਂ। ਤੇ ਇਸੇ ਕਰਕੇ ਮਹਾਰਾਜ ਕਹਿੰਦੇ ਜਿਹੜਾ ਸੱਚ ਦਾ ਮਾਰਗ ਹੈ ਤੇ ਉਸ 'ਤੇ ਉਹੀ ਚੱਲ ਸਕਦਾ ਜਿਹੜਾ ਇਸ ਪ੍ਰੀਤ ਮਾਲਕ, ਇਸ ਰਸਤੇ ਦਾ ਮਾਰਗ ਪ੍ਰੀਤ ਵਾਲਾ ਹੋਵੇ ਗੁਰਮੁਖ। ਇਸੇ ਕਰਕੇ ਜਿਹੜਾ ਸਾਡਾ ਇਹ ਮਾਰਗ ਹੈ ਇਹਦੇ ਉੱਤੇ ਸੁੱਖ ਕੋਈ ਨਹੀਂ। ਕਈ ਜੀਵ ਕਹਿੰਦੇ ਆ ਜੀ ਬੰਦਗੀ ਕਰਦੇ ਆ, ਬਾਣੀ ਵੀ ਪੜ੍ਹਦੇ ਆ, ਜਪ ਤਪ ਵੀ ਕਰਦੇ ਆ, ਪਰ ਰੋਗ ਨਹੀਂ ਜਾਂਦੇ। ਰੋਗ ਤਾਂ ਸ਼ੁਰੂ ਹੋਣੇ, ਜੋ ਕੋੜ ਅੰਦਰੋਂ ਬਣਿਆ, ਅੰਦਰ ਆਪਣੇ ਜਿਹੜਾ ਆਪਣੇ ਮਨ ਵਿੱਚ ਕੋੜ ਬੈਠਾ ਹੈ ਉਹ ਕੋੜ ਨਿਕਲਣਾ ਸ਼ੁਰੂ ਹੋ ਜਾਂਦਾ। ਜਿਉਂ ਆਪਾਂ ਅੰਦਰ ਆਪਣੇ ਗੁਰਮੰਤਰ ਦਾ ਅਭਿਆਸ ਕਰਦੇ ਆ, ਜਪ ਕਰਦੇ ਆ, ਸਾਡੇ ਅੰਦਰ ਜਿਉਂ ਸਾਡਾ ਖਜ਼ਾਨਾ ਅੰਦਰ ਜਮ੍ਹਾਂ ਹੋਣਾ ਸ਼ੁਰੂ ਹੁੰਦਾ, ਰੋਗ ਬਾਹਰ ਆਉਣੇ ਸ਼ੁਰੂ ਹੋ ਜਾਂਦੇ ਆ। ਪੰਜਾਂ ਦਾ ਪਹਿਰਾ ਹੋ ਜਾਂਦਾ। ਪੰਜਾਂ ਨੇ ਤਾਂ ਤੁਹਾਨੂੰ ਫਸਾਉਣਾ ਹੈ ਇਸ ਸੰਸਾਰ ਦੇ ਵਿੱਚ ਵਿਚਾਰ ਦੇ ਕੇ। ਤੇ ਇਸੇ ਕਰਕੇ ਮਹਾਰਾਜ ਸਮਝਾਉਂਦੇ ਕਹਿੰਦੇ ਕਲਯੁਗ ਮੇ ਧੜੇ ਪੰਜ ਚੋਰ ਚਕੜਾਏ, ਕਾਮ ਕ੍ਰੋਧ ਲੋਭ ਮੋਹ ਅਭਿਮਾਨ ਵਧਾਏ। ਇਹ ਸਮਝਣਾ ਆ ਚਾਲ ਨੂੰ। ਜਿੰਨਾ ਚਿਰ ਚਾਲ ਨੂੰ ਸਮਝਦੇ ਨਹੀਂ ਉਹਨਾਂ ਚਿਰ ਪੰਜ ਨਿਕਲ ਨਹੀਂ ਦਿੰਦੇ। ਕੱਲਿਆਂ ਦੇ ਅੰਦਰ ਸਾਰਿਆਂ ਦੇ ਪੰਜ ਬੈਠੇ ਹੋਏ, ਪੰਜ ਦੂਤ। ਬਾਹਰੋਂ ਤੁਹਾਨੂੰ ਕੋਈ ਦਰਿਆਵੀ ਤੌਰ 'ਤੇ ਭੂਤ ਚੜੇਲ ਟੱਕਰ ਪਵੇ ਉਹਦਾ ਕੋਈ ਡਰ ਨਹੀਂ, ਕਿਉਂਕਿ ਆਪਣੀ ਪਾਵਰ ਬਹੁਤ ਉੱਚੀ ਹੈ ਸਾਡੀ। ਜਿਹੜੀ ਆਪਾਂ ਜਿਸ ਤਰ੍ਹਾਂ ਆਪਾਂ ਦੇਖਦੇ ਸੰਸਾਰ ਦੇ ਵਿੱਚ ਕਸ਼ਟਾਂ, ਸਾਡੀ ਕਸ਼ਟ ਬੜੀ ਉੱਚੀ ਆ। ਮਾਨਸਯਾਮਾ ਸਾਨੂੰ ਮਾਲਕ ਨੇ 84 ਲੱਖ ਜੂਨ ਤੋਂ ਉੱਪਰ ਮਾਨਸਯਾਮਾ ਬਖਸ਼ਿਸ਼ ਕੀਤਾ ਹੈ। ਸਾਡੀ ਕਸ਼ਟ ਬਹੁਤ ਉੱਚੀ ਆ। ਬਾਹਰਲਾ ਕੋਈ ਵੀ ਭੂਤ ਹੋਵੇ ਸਾਡੇ 'ਚ ਪ੍ਰਵੇਸ਼ ਨਹੀਂ ਕਰ ਸਕਦਾ। ਪ੍ਰਖੰਡ ਆ, ਲੋਕੀ ਪ੍ਰਖੰਡ ਕਰਦੇ ਆ ਵੀ ਇਹਦੇ ਫਲਾਣੇ ਅੰਦਰ ਇਹ ਵੜ ਗਿਆ
ਧਿਮਕੜੇ ਅੰਦਰ ਇਹ ਬਣ ਗਿਆ, ਕਿਉਂਕਿ ਸਾਨੂੰ ਨਿਰੰਕਾਰ ਨੇ ਸਰੀਰ ਦਿੱਤਾ ਹੈ, ਇਹ ਸਾਨੂੰ ਮਿਲਿਆ, ਅਸੀਂ ਛੱਡ ਕੇ ਜਾਣਾ, ਸੌ ਜਾਣਾ ਰਾਤ ਨੂੰ, ਅਸੀਂ ਪ੍ਰਵੇਸ਼ ਕਰਨਾ ਇਹਦੇ ਵਿੱਚ ਆਣ ਕੇ। ਤੇ ਜੇ ਕਹੀਏ ਵੀ ਕੱਲ੍ਹ ਨੂੰ ਸੋਹਣਾ ਸਰੀਰ ਆ ਉਹਦੇ ਵਿੱਚ ਜਾ ਕੇ ਦੂਜਾ ਮਨ ਬਣ ਜਾਏ, ਇਹ ਤਾਂ ਅਕਾਲ ਪੁਰਖ ਦਾ ਕਾਨੂੰਨ ਹੀ ਭੰਗ ਹੋ ਗਿਆ। ਕਿਹੜਾ ਕਾਨੂੰਨ ਰਹਿ ਗਿਆ ਸੰਸਾਰ ਦੇ ਵਿੱਚ? ਸੋ ਇਸੇ ਕਰਕੇ ਭਾਈ ਇਹਨਾਂ ਪ੍ਰਖੰਡਾਂ 'ਚੋਂ ਨਿਕਲਣਾ ਆ, ਅਭਿਆਸ ਕਰਨਾ ਹੈ। ਜਿਉਂ ਜਿਉਂ ਆਪਾਂ ਅਭਿਆਸ ਕਰਾਂਗੇ ਤੇ ਇਹ ਸਾਡੇ ਅੰਦਰ ਹੀ ਬੈਠੇ ਆ ਪੰਜ ਮਹਾਬਲੀ, ਇਹ ਆਪਣਾ ਅੰਦਰੋਂ ਬੈਠੇ ਕਾਰਾ ਕਰਵਾਈ ਜਾਂਦੇ ਆ ਤੇ ਮਨੁੱਖ ਦੇ ਉੱਤੇ ਝੂਠੀ ਮੋਹਰ ਲੱਗੀ ਜਾਂਦੀ, ਮਨੁੱਖ ਨੂੰ ਮਾੜਾ ਬਣਾਈ ਜਾਂਦੇ ਆ। ਸੋ ਇਸੇ ਕਰਕੇ ਆਪਾਂ ਸੰਸਾਰ ਦੇ ਵਿੱਚ ਵਿਚਰਨਾ, ਇਹਨਾਂ ਪੰਜਾਂ ਦੀ ਚਾਲ ਨੂੰ ਸਮਝਣਾ। ਮਹਾਰਾਜ ਸਮਝਾਉਂਦੇ, ਕਹਿੰਦੇ ਜਬ ਲਗ ਜੁਗਤ ਨਾ ਜਾਣੀਏ ਤਬ ਲਾ ਕਾਲ ਸਤਾਈ। ਹੁਣ ਜੁਗਤ ਨੂੰ ਸਮਝਣਾ। ਇਹ ਜ਼ੁਬਾਨ 'ਤੇ ਜਦੋਂ ਬੋਲਦੇ ਆ ਇਹ ਅੱਗ ਛੱਡਦਾ ਮਨੁੱਖ, ਬਾਹਰ ਗਾਲਾਂ ਕੱਢਦਾ ਹੈ। ਜਦੋਂ ਨੇਤਰਾਂ 'ਤੇ ਆਉਂਦੇ ਆ ਨੇਤਰ ਐਨ ਕ੍ਰੋਧਮਈ ਹੋ ਜਾਂਦੇ ਆ। ਜਦੋਂ ਕੰਨਾਂ ਦੇ ਉੱਤੇ ਆਉਂਦੇ ਆ ਚੁਗਲੀ ਨਿੰਦਿਆ ਝੂਠ ਸੁਣਦਾ ਇਹ ਮਨੁੱਖ। ਇਹ ਫਸਾਉਣਾ ਹੈ ਨਹੀਂ, ਪਰ ਆਪਾਂ ਮਨ ਨੂੰ ਫਸਣ ਨਹੀਂ ਦੇਣਾ। ਤੇ ਮਹਾਰਾਜ ਸਮਝਾਉਂਦੇ, ਕਹਿੰਦੇ ਅਬ ਮਨ ਜਾਗਤ ਰੋ ਰੇ ਭਾਈ, ਗਾਫਰ ਹੋ ਕੇ ਜਨਮ ਗਵਾਇਆ, ਚੋਰ ਮੁੱਸੇ ਕਰ ਜਾਈ, 1 ਮਿੰਟ ਦਾ ਵਸਾ ਨਹੀਂ ਖਾਣਾ। ਜਿਸ ਤਰ੍ਹਾਂ ਇੱਕ ਸੰਸਾਰ ਦੇ ਵਿੱਚ ਕੋਈ ਮਨੁੱਖ ਹੋਵੇ, ਉਹ ਮਨੁੱਖ ਦੁਸ਼ਮਣ ਹੋਵੇ ਸਾਡਾ, ਅਸੀਂ ਵਸਾ ਨਹੀਂ ਖਾਈਦਾ ਵੀ ਭਾਈ ਕਿਤੇ ਨਾ ਕਿਤੇ ਵੀ ਇਹ ਸਾਨੂੰ ਫਸਾ ਸਕਦਾ, ਕਿਤੇ ਨਾ ਕਿਤੇ ਸਾਨੂੰ ਇਹ ਫਸਾ ਸਕਦਾ, ਇਸ ਕਰਕੇ ਆਪਾਂ ਵਸਾ ਨਹੀਂ ਖਾਣਾ। ਇਹ 5 ਵਾਰ ਸਾਨੂੰ ਕਿਤੇ ਨਾ ਕਿਤੇ ਵੀ ਝੂਠਾ ਪਵਾ ਦੇਣਗੇ, ਕਿਉਂਕਿ ਚੰਗਾ ਬੰਦਾ ਹੁੰਦਾ ਮਾੜਾ ਕਰਮ ਕਰ ਜਾਂਦਾ, ਕਰਦੇ ਕਰਾਉਂਦੇ ਇਹ ਆ। ਇਸ ਕਰਕੇ ਆਪਾਂ ਗੁਰਮੰਤਰ ਦਾ ਅਭਿਆਸ ਜਾਰੀ ਰੱਖਣਾ। ਮਹਾਰਾਜ ਸਮਝਾਉਂਦੇ, ਕਹਿੰਦੇ ਚੱਲਤ ਬੈਠਤ ਸੋਵਤ ਜਾਗਤ ਗੁਰਮੰਤਰ ਇਹਦੇ ਚਦਾ। ਗੁਰਮੰਤਰ ਜਿੱਥੇ ਜਾਪ ਹੈ ਉੱਥੇ ਲਾਗੇ ਨਹੀਂ ਆਉਂਦੇ, ਸ਼ਬਦ ਸੁਣੇ ਤਾਂ ਦੂਰੋਂ ਭਾਗੇ। ਸੋ ਇੰਨੀਆਂ ਕੁ ਵਿਚਾਰਾਂ ਕਰਦੇ, ਇੱਕ ਨਹੀਂ ਅਨੇਕ ਗਲਤੀਆਂ ਹੋ ਜਾਂਦੀਆਂ। ਆਪ ਜੀ ਬਖਸ਼ਣ ਹਾਰਿਓ, ਬਖਸ਼ ਦੇਣਾ ਜੀ। ਗੁਰਬਾਣੀ ਗੁਰੂ ਦੁਆਰਾ ਗੁਰਮੁਖ ਜਨਾਂ ਨੇ ਭੇਜ ਦਿੱਤਾ। ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਦਰਬਾਰਾ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।